मेसर पाया जी जंत सब सुखी वसाया। इत्थे गुरु की बाणी दी जेड़े शब्द दा मीह पिया है 11 तरीक तो लै करके उत्थे दसम बाणी साहिब श्री गुरु गोबिंद सिंह साहब जी महाराज दे पावन बचनां दा मीह पिया है। तां सिखां ने गुरमुखां ने मर्यादा विच रह के भै ते भावनी विच रह के सेवा कीती है। तो उन्हां सारियां संगतां दा भी धन्नवाद, संतां महापुरुषां दा धन्नवाद। आओ हुण अपने पास बहुत ही सत्कारयोग संत ज्ञानी अवतार सिंह जी बधनी वाले महापुरख पूजे ने, उन्हां पासों आपां आए हुए श्री मुख वाक की कथा श्रवण करिए। उन्हां तो बाद मैं बेनती करांगा संत बाबा प्रदीप सिंह जी बधनी कलां वाले, वो भी अपने बचन जरूर सुनाउण। इन्हां तो बाद वो महापुरखां दे आपां बचन सुनांगे। वाहिगुरू जी का खालसा, वाहिगुरू जी की फतेह। वाहिगुरू साहिब जी सतगुर आयो सारन तुहारी। मिलै सुख नाम हर शोभा, चिंता लाहे हमारी। अवर न सुझै दूजी ठहर, हार परयो तो दुआरी। लिखा छोड़ अलिखै छूटह, हम निर्गुण लेहो उबारी। सद बख्शिंद सदा मेहरबाना, सबना दे आधारी। नानक दास संत पातशाह परियो, राख लेहो एह बारी। जन्म मरण दोहों मैं नाही, जान पर उपकारी आए। जी दान दे भगति लायन, हर स्यों लैन मिलाए। सूरज किरण मिले जल का जल हुआ राम, ज्योति ज्योत रली संपूर्ण थिया राम। जो हर दासन की उस्तत है, सा हर की वड्याई। हर अपनी वड्याई भावंदी, जन का जयकार कराई। आठ पहर प्रभ बसह हजूरे, कहो नानक से जान पूरे। सो कहो टल गुर सेवियै, अहनिस सहज सुभाए। दर्शन परसै गुरु कै, जन्म मरण दुख जाय। बेसुमार अथाह अगनत अतुल, ज्यों बुलावो त्यों नानक दास बोले।
ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਘੜ ਸੋ ਜਾਨੀ। ਤਿਨ ਹੀ ਸੁਣਿਆ ਦੁਖ ਸੁਖ ਮੇਰਾ, ਤਉ ਬਿਧ ਨੀਕੀ ਖਟਾਨੀ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਘੜ ਸੋ ਜਾਨੀ। ਤਿਨ ਹੀ ਸੁਣਿਆ ਦੁਖ ਸੁਖ ਮੇਰਾ, ਤਉ ਬਿਧ ਨੀਕੀ ਖਟਾਨੀ। ਜੀਅ ਕੀ ਇਕ ਹੀ ਪਹਿ ਮਾਨੀ, ਅਵਰ ਜਤਨ ਕਰ ਰਹੇ ਬਹੁ ਤੇਰੇ। ਤਿਨ ਤਿਲ ਨਹੀਂ ਕੀਮਤ ਜਾਨੀ, ਰਹਾਉ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ। ਡਿੱਗੈ ਨਾ ਡੋਲੈ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ओए जो बीच हम तुम कछ होते, तिन की बात बेलानी। अलंकार मिल थैली हुई है, ताते कनक बखानी। प्रगट्यो जोत सहज सुख सुभा, बाजे अनहत बानी। कहो नानक निहचल घर बांधेओ, गुर कीओ बंधानी। प्रगट्यो जोत सहज सुख शोभा, बाजे अनहत बानी। कहो नानक निहचल घर बांधेओ, गुर कीओ बंधानी। तनासरी महला पंजवा।
ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਪਿਆਰ ਸਤਿਕਾਰ ਸਹਿਤ ਸਤਿਗੁਰੂ ਦੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕਾ ਸੰਗ ਚਿਤ ਆਵੈ ਨਾਓ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਮਹਾਨ ਹਸਤੀ ਪਵਿੱਤਰ ਆਤਮਾ ਸ਼੍ਰੀਮਾਨ ਸੰਤ ਬਾਬਾ ਤੇਜਾ ਸਿੰਘ ਜੀ, ਛਾਉਣੀ ਬੁੱਢਾ ਦਲ ਮਹਿਰੋਂ, ਉਹਨਾਂ ਦੀ ਯਾਦ ਵਿੱਚ ਆਪਾਂ ਸਾਰੇ ਜੁੜ ਮਿਲ ਬੈਠੇ ਹਾਂ। ਲੰਬਾ ਸਮਾਂ ਉਹਨਾਂ ਇੱਥੇ ਰਹਿ ਕੇ ਗੁਰਮਤਿ ਦਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਨਾਲ ਹੀ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਬੇਅੰਤ ਪ੍ਰਚਾਰ ਤੇ ਪ੍ਰਸਾਰ ਕੀਤਾ। ਐਸੇ ਵਿਦਵਾਨ, ਗਿਆਨੀ, ਖੋਜੀ, ਗੁਰਮੁਖ ਪਿਆਰੇ ਵਿਰਲੇ ਹੁੰਦੇ ਹਨ। ਉਹਨਾਂ ਦੀ ਮਿੱਠੀ ਪਿਆਰੀ ਯਾਦ ਵਿੱਚ ਪਿਛਲੇ ਕਈ ਦਿਨਾਂ ਤੋਂ ਤੁਰਕੀ ਬਾਣੀ, ਦਸਮ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ਼੍ਰੀ ਅਖੰਡ ਜਾਪ ਹੋਏ। ਸੰਪੂਰਨਤਾ ਉਪਰੰਤ ਜੋ ਸਤਿਗੁਰੂ ਨੇ ਪਾਵਨ ਪਵਿੱਤਰ ਸ਼੍ਰੀ ਮੁਖ ਵਾਕ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਉਹਦੀ ਆਪਾਂ ਕੁਝ ਸਮੇਂ ਲਈ ਵਿਚਾਰ ਕਰਨੀ ਹੈ। ਇਸ ਪਾਵਨ ਗੁਰ ਸ਼ਬਦ ਦੇ ਅੰਦਰ ਪੰਜਵੇਂ ਗੁਰ ਦੇ ਤਾਰਨ ਗਗਨ ਨਵ ਖੰਡ ਮਹਿ, ਜੋਤ ਸਵੈਰੂਪੀ ਰਹਿਓ ਭਰ, ਪਣ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਧਨਾਸਰੀ ਰਾਗ ਵਿੱਚ ਭਾਵੇਂ ਸੰਗੀਤ ਅਨੁਸਾਰ ਧਨਾਸਰੀ ਰਾਗਣੀ ਹੀ ਹੈ, ਪਰ ਗਰੀਬਨਵਾਜ ਸਤਿਗੁਰੂ ਜੀ ਨੇ ਰਾਗ ਰਾਗਣੀ ਦਾ ਕੋਈ ਭੇਦ ਨਹੀਂ ਰੱਖਿਆ। ਰਾਗ ਤੇ ਰਾਗਣੀਆਂ ਨੂੰ ਰਾਗ ਸ਼ਬਦ ਦੁਆਰਾ ਹੀ ਅੰਕਿਤ ਕੀਤਾ ਹੈ। ਧਨਾਸਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਨੇ ਇਹ ਪਵਿੱਤਰ ਉਪਦੇਸ਼, ਆਦੇਸ਼ ਤੇ ਪਾਵਨ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕੀਤਾ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਇੱਕ ਬਹੁਤ ਉੱਚ ਪਾਏ ਦੀ ਸਿੱਖਿਆ ਸਾਨੂੰ ਬਖਸ਼ਿਸ਼ ਕੀਤੀ ਹੈ। ਜੀਅ ਕੀ ਏਕੈ ਹੀ ਪਹਿਮਾਨੀ। ਇਹ ਦੁਨੀਆ ਦੇ ਲੋਗੋ, ਤੁਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਲਤਾਨਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਗੁਰਦੁਆਰਾ ਬੀਰ ਸਾਹਿਬ ਵਿਖੇ ਇਸ਼ਨਾਨ ਕਰਨ ਦੇ ਸਮੇਂ ਜਦੋਂ ਚੁੱਭਾ ਲਾਇਆ ਤਾਂ ਉਸ ਵੇਲੇ
ਉਸ ਤੋਂ ਬਾਅਦ ਬਾਹਰ ਨਹੀਂ ਆਏ। ਜੋ ਕੁਝ ਇਤਿਹਾਸ ਵਿੱਚ ਲਿਖਿਆ ਹੋਇਆ ਹੈ, 3 ਦਿਨਾਂ ਮਗਰੋਂ ਸੰਤ ਕਾਟ ਅਸਥਾਨ 'ਤੇ, ਜਿੱਥੇ ਹੁਣ ਗੁਰਦੁਆਰਾ ਮੂਲ ਮੰਤਰ ਸਾਹਿਬ ਬਣਾਇਆ ਗਿਆ ਹੈ, ਬਣ ਰਿਹਾ ਹੈ, ਉਸ ਜਗ੍ਹਾ 'ਤੇ ਹਜ਼ੂਰ ਨੇ ਗੁਰਬਾਣੀ ਦਾ ਆਗਾਜ਼ ਕੀਤਾ। ਮੂਲ ਮੰਤਰ ਤੋਂ ਬਾਣੀ ਆਰੰਭ ਹੁੰਦੀ ਹੈ। ਮੂਲ ਮੰਤਰ ਦਾ ਉਚਾਰਨ ਸਭ ਤੋਂ ਪਹਿਲਾਂ ਸੰਤ ਕਾਟ ਗੁਰਦੁਆਰਾ ਮੂਲ ਮੰਤਰ ਸਾਹਿਬ ਵਿਖੇ ਹਜ਼ੂਰ ਨੇ ਉਚਾਰਨ ਕੀਤਾ। ਮੂਲ ਮੰਤਰ ਦੇ ਆਰੰਭ ਦੇ ਵਿੱਚ ਇੱਕ ਓਂਕਾਰ ਲਿਖਿਆ, ਇੱਕ ਅੱਖਰਾਂ ਵਿੱਚ ਨਹੀਂ, ਇੱਕ ਗਿਣਤੀ ਦਾ ਮੂਲਕ ਅੰਕ ਹੈ ਉਹਦੇ ਵਿੱਚ ਲਿਖਿਆ। ਓਂਕਾਰ ਦਾ ਊੜਾ ਉਹ ਵਰਨਮਾਲਾ ਦਾ ਪਹਿਲਾ ਅੱਖਰ ਸੀ। ਇੱਕ ਗਿਣਤੀ ਸੂਚਕ ਅੰਕ ਹੈ ਤੇ ਊੜਾ ਵਰਨਮਾਲਾ ਦਾ ਮੂਲਕ ਇੱਕ ਵਰਨ ਹੈ, ਉਹਨੂੰ ਆਪਾਂ ਅੱਖਰ ਵੀ ਕਹਿ ਸਕਦੇ ਹਾਂ। ਉਹਦੇ ਨਾਲ ਕਾਰ ਲਿਖੀ, ਉਹ ਸੰਕੇਤਕ ਵਿਦਿਆ ਦਾ ਚਿੰਨ੍ਹ ਸੀ। ਇੱਕ ਓਂਕਾਰ ਦਾ ਮਤਲਬ ਕੀ ਸੀ? ਏਕੋ ਜਪ ਏਕੋ ਸਾਲਾ ਹੈ, ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਗੁਰਮਤਿ ਦਾ ਸਿਧਾਂਤ ਅਦਵੈਤ ਸਿਧਾਂਤ ਹੈ, ਇੱਕ ਨਾਲ ਜੁੜਨਾ। ਕਲਗੀਧਰ ਪਾਤਸ਼ਾਹ ਨੇ ਵੀ ਸਾਨੂੰ ਇਹੀ ਆਖਿਆ ਸੀ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੈ। ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ ਕਰਨਾ। ਇਹ ਕਲਗੀਧਰ ਪਾਤਸ਼ਾਹ ਦੇ ਅੰਤਮ ਬਚਨ ਸਨ। ਹੁਣ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਇੱਕ ਦੇ ਨਾਲ ਜੋੜਦੇ ਨੇ। ਕੀ ਕਹਿੰਦੇ ਨੇ? ਜੀ ਕੀ ਏਕੈ ਹੀ ਪੈਮਾਨੀ। ਸਾਡੀ ਜ਼ਿੰਦਗੀ ਵਿੱਚ ਦੁੱਖ ਸੁੱਖ, ਹਰਖ ਸ਼ੋਕ, ਉਤਰਾ ਚੜ੍ਹਾਅ ਆਉਂਦੇ ਜਾਂਦੇ ਰਹਿੰਦੇ ਨੇ। ਕਈ ਵਾਰ ਅਜਿਹਾ ਹੁੰਦਾ ਹੈ, ਸਾਡਾ ਮਨ ਡੋਲ ਜਾਂਦਾ ਹੈ, ਪਰ ਸਤਿਗੁਰੂ ਕਹਿੰਦੇ ਨੇ ਡੋਲਣਾ ਨਹੀਂ ਚਾਹੀਦਾ। ਤੂੰ ਕਾਹੇ ਡੋਲਹਿ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ। ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਓਟ ਲਓ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਜਦੋਂ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਓਟ ਲਓਗੇ, ਉਹ ਤੁਹਾਡੀ ਦਿਲ ਦੀ ਹਰ ਭਾਵਨਾ ਨੂੰ, ਹਰ ਖਿਆਲ ਨੂੰ, ਹਰ ਫੁਰਨੇ ਨੂੰ, ਹਰ ਇੱਛਾ ਨੂੰ ਜਾਣਦਾ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਤੁਸੀਂ ਉਹਦੇ ਚਰਨਾਂ ਵਿੱਚ ਅਰਦਾਸ ਕਰੋ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। मंजूर होती है दुआ जो दिल से होती है, मुश्किल तो ये है जो मुश्किल से होती है। अरदास करो। सिख धर्म दे विच अरदास का बहुत वड्डा महत्व है। मैं एक बेनती करा, कई लोग दसम ग्रंथ साहिब जी ते टीका टिप्पणी करते हैं, आलोचना करते हैं, पर जदों अरदास करनी पैंदी है हर सिख नूं, चाहे वो किसी भी संस्था नाल, किसी जथेबंदी नाल, किसी सभा सोसाइटी नाल जुड़िया होया, वो अरदास एक ओंकार श्री वाहिगुरु जी की फतह, श्री भगवती जी सहाय, वार श्री भगवती जी की पातशाही 10वीं प्रथम भगवती सिमर है। वो आपां कित्थों पढ़ते हैं? दसम ग्रंथ साहिब दे विच ही है ना। उन्हां नूं भी पढ़नी पैंदी जिहड़े इस दे विरोधी ने। इस लई सतगुरु ने सानू यही हुक्म कीता है, भाई तुसीं उस अकाल पुरख वाहिगुरु दे चरणां विच अरदास करनी है।
ਜਦੋਂ ਇੱਕ ਮਨ ਇੱਕ ਚਿੱਤ ਹੋ ਕੇ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋਗੇ, ਜੀ ਕੀ ਏਕਾ ਹੀ ਪੈਮਾਨੇ, ਜਦੋਂ ਇੱਕ ਤੇ ਭਰੋਸਾ ਹੋਵੇਗਾ, ਵਿਸ਼ਵਾਸ ਤੋਂ ਬਿਨਾਂ, ਭਰੋਸੇ ਤੋਂ ਬਿਨਾਂ ਵੀ ਗੱਲ ਨਹੀਂ ਬਣਦੀ। ਅਕਸਰ ਜਦੋਂ ਆਪਾਂ ਅਰਦਾਸ ਕਰਦੇ ਹਾਂ, ਬਹੁਤੀ ਗੱਲ ਸਾਨੂੰ ਇਸ ਗੱਲ 'ਤੇ ਵਿਸ਼ਵਾਸ ਹੀ ਨਹੀਂ ਹੁੰਦਾ ਵੀ ਸਾਡੀ ਅਰਦਾਸ ਸੁਣੀ ਵੀ ਜਾਵੇਗੀ। ਇਹ ਸ਼ੰਕਾ ਸਾਧਾਰਨ ਮਨੁੱਖ ਦੇ ਮਨ ਦੇ ਵਿੱਚ ਪੈਦਾ ਹੁੰਦੀ ਹੈ। ਹੁਣ ਕਈ ਫਿਰ ਆਮ ਦੁਨੀਆ ਦੇ ਲੋਕ ਜਿਹੜੇ ਕੋਈ ਗੁਰਮੁਖ ਬੰਦੇ ਨੇ, ਸੰਤ, ਮਹਾਂਪੁਰਖ, ਮਹਾਤਮਾ ਜਨ, ਉਹਨਾਂ ਕੋਲ ਜਾਂਦੇ ਨੇ ਅਤੇ ਜਾ ਕੇ ਉਹਨਾਂ ਨੂੰ ਵੀ ਇਹੀ ਗੱਲ ਆਖਦੇ ਨੇ ਜੀ ਸਾਡੀ ਤੁਸੀਂ ਅਰਦਾਸ ਕਰੋ, ਤੁਹਾਡੀ ਪਰਮੇਸ਼ਰ ਸੁਣਦਾ ਹੈ। ਆਪਣੇ 'ਤੇ ਵਿਸ਼ਵਾਸ ਨਹੀਂ, ਉਹਨਾਂ 'ਤੇ ਵਿਸ਼ਵਾਸ ਕਰਦੇ ਆ, ਕਹਿੰਦੇ ਸਾਡੀ ਨਹੀਂ ਸੁਣੀ ਜਾਂਦੀ, ਤੁਹਾਡੀ ਸੁਣੀ ਜਾਂਦੀ। ਇਹਦਾ ਕੀ ਕਾਰਨ ਹੋਇਆ? ਉਹਨਾਂ ਨੂੰ ਪਰਮੇਸ਼ਰ 'ਤੇ ਭਰੋਸਾ ਹੁੰਦਾ, ਉਹਦੇ ਨਾਲ ਜੁੜੇ ਹੁੰਦੇ ਨੇ, ਇਸ ਲਈ ਉਹਨਾਂ ਦੀ ਸੁਣੀ ਜਾਂਦੀ ਹੈ। ਅਤੇ ਜੇ ਭਾਈ ਉਹਨਾਂ ਦੀ ਸੁਣੀ ਜਾਂਦੀ, ਤੁਸੀਂ ਵੀ ਭਰੋਸਾ ਕਰੋ, ਤੁਸੀਂ ਵੀ ਉਹੋ ਜਿਹੇ ਬਣ ਜਾਓ, ਤੁਹਾਡੀ ਵੀ ਸੁਣੀ ਜਾਵੇਗੀ। ਪਰ ਅਸੀਂ ਉਹਨਾਂ ਵਰਗੇ ਬਣਨ ਦੀ ਕੋਸ਼ਿਸ਼ ਨਹੀਂ ਕਰਦੇ, ਬਲਕਿ ਬਿਨਾਂ ਮਿਹਨਤ ਤੋਂ ਅਤੇ ਬਿਨਾਂ ਮੁਸ਼ੱਕਤ ਤੋਂ ਅਸੀਂ ਚਾਹੁੰਦੇ ਹਾਂ ਸਭ ਕੁਛ ਐਵੇਂ ਹੀ ਮਿਲ ਜਾਵੇ, ਕੀਤਾ ਕਰਾਏ ਮਿਲ ਜਾਵੇ। ਇਸੇ ਲਈ ਦੁਨੀਆ ਮਹਾਂਪੁਰਖਾਂ ਦੇ ਮਗਰ ਭੱਜੀ ਫਿਰਦੀ ਹੈ। ਮਹਾਂਪੁਰਖ ਸੰਪਰਦਾਇ ਭਿੰਡਰਾਂ ਦੇ ਮੁਖੀ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲੇ, ਜੋ ਪਿਛਲੇ ਦਿਨੀ ਸੱਚਖੰਡ ਪਿਆਨਾ ਕਰ ਗਏ ਹਨ, ਉਹ ਵੀ ਕਦੀ ਕਦੀ ਇਹ ਬਚਨ ਕਿਹਾ ਕਰਦੇ ਸਨ ਵੀ ਬਹੁਤ ਸਾਰੇ ਪ੍ਰੇਮੀ ਸੱਜਣ ਸਾਡੇ ਕੋਲ ਆ ਜਾਂਦੇ ਨੇ, ਜੀ ਕਿਰਪਾ ਕਰੋ, ਕਿਰਪਾ ਕਰੋ। ਮਹਾਂਪੁਰਖ ਪਤਾ ਕੀ ਜਵਾਬ ਦਿੰਦੇ ਸਨ? ਕਹਿੰਦੇ ਜੇ ਕਰੋਗੇ ਕੁਛ ਤਾਂ ਕਿਰਪਾ ਹੋਊਗੀ, ਜੇ ਕਰਨਾ ਹੀ ਕੁਛ ਨਹੀਂ ਫਿਰ ਕਿਰਪਾ ਕਿਵੇਂ ਹੋਊ? ਕਰੋ ਕੁਛ, ਮਿਹਨਤ ਕਰੋ, ਜਪ ਤਪ ਕਰੋ, ਸੇਵਾ ਕਰੋ, ਸਿਮਰਨ ਕਰੋ, ਕੁਝ ਕਰਨਾ ਪੈਂਦਾ, ਫਿਰ ਕੁਛ ਮਿਲਦਾ ਹੈ। ਇਸੇ ਲਈ ਮਹਾਂਪੁਰਖ ਜੇ ਕੋਈ ਪ੍ਰੇਮੀ ਆਉਂਦਾ ਹੈ, ਉਹਨੂੰ ਇਹੀ ਬਚਨ ਕਹਿੰਦੇ ਹਨ ਵੀ ਬਾਣੀ ਪੜ੍ਹੋ, ਜਪਜੀ ਸਾਹਿਬ ਦੇ ਪਾਠ ਕਰੋ, ਚੌਪਈ ਸਾਹਿਬ ਦੇ ਪਾਠ ਕਰੋ, ਸੁਖਮਨੀ ਸਾਹਿਬ ਜੀ ਦੇ ਪਾਠ ਕਰੋ, ਸਹਿਜ ਪਾਠ ਕਰੋ। ਇਹੀ ਉਹਨਾਂ ਨੂੰ ਬਾਣੀ ਨਾਲ ਜੋੜਦੇ ਨੇ, ਕਿਉਂਕਿ ਬਾਣੀ ਸਾਡਾ ਗੁਰੂ ਹੈ। ਜਦੋਂ ਅਸੀਂ ਬਾਣੀ ਨਾਲ ਜੁੜ ਜਾਂਦੇ ਹਾਂ ਅਤੇ ਸਾਡਾ ਵਿਸ਼ਵਾਸ ਪਰਪੱਕ ਹੁੰਦਾ। ਜਦੋਂ ਵਿਸ਼ਵਾਸ ਪਰਪੱਕ ਹੋ ਜਾਂਦਾ ਹੈ, ਫਿਰ ਸਾਡੀ ਅਰਦਾਸ ਜੀ ਕੀ ਏਕਾ ਹੀ ਪੈਮਾਨੇ, ਫਿਰ ਉਹਦੇ ਦਰ 'ਤੇ ਮੰਨੀ ਜਾਂਦੀ ਹੈ, ਪ੍ਰਵਾਨ ਹੋ ਜਾਂਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਸਾਨੂੰ ਉਸ ਵਾਹਿਗੁਰੂ ਦਾ ਦਰ ਛੱਡ ਕੇ ਕਿਸੇ ਹੋਰ ਪਾਸੇ ਜਾਣ ਦੀ ਕੋਈ ਲੋੜ ਨਹੀਂ, ਜੀ ਕੀ ਏਕਾ ਹੀ ਪੈਮਾਨੇ, ਉਹਦੇ ਇੱਕ ਦੇ ਦਰ 'ਤੇ ਤੁਹਾਡੀ ਮੰਨੀ ਜਾਣੀ ਹੈ। ਪਰ ਭਰੋਸਾ ਹੋਣਾ ਚਾਹੀਦਾ, ਭਰੋਸਾ ਲਾਜ਼ਮੀ ਹੈ। ਅਵਰ ਯਤਨ ਕਰ ਰਹੇ ਬਹੁ ਤੇਰੇ। ਦੁਨੀਆ ਦੇ ਲੋਕ ਹੋਰ ਵੀ ਬਹੁਤ ਤੇਰੇ ਬਥੇਰੇ ਯਤਨ ਕਰਦੇ ਫਿਰਦੇ ਰਹੇ ਨੇ ਅਤੇ ਹੁਣ ਵੀ ਕਰ ਰਹੇ ਨੇ। ਹੋਰ ਯਤਨ ਕਿਹੜੇ ਨੇ? ਵੀ ਚਲੋ ਆਪਾਂ ਜਾਪ ਤਪ ਸਿਮਰਨ ਬੰਦਗੀ, ਅੰਮ੍ਰਿਤ ਛਕਣਾ, ਬਾਣੀ ਬਾਣੇ ਦੀ ਰਹਿਤ ਰੱਖਣੀ, ਇਹ ਤੇ ਔਖਾ ਹੈ, ਇਹ ਅਲੂਣੀ ਸਿਲ ਹੈ, ਇਹ ਤੇ ਕਰਨਾ ਔਖਾ, ਕੋਈ ਹੋਰ ਯਤਨ ਕਰ ਲਈਏ। ਹੋਰ ਯਤਨ ਕਿਹੜੇ ਨੇ? ਕਈ ਲੋਕ ਮੜੀਆਂ ਮਸਾਣੀਆਂ 'ਤੇ ਜਾਂਦੇ ਨੇ, ਕਬਰਾਂ ਨੂੰ ਮੱਥਾ ਟੇਕਦੇ ਨੇ। ਕਿਸੇ ਕਵੀ ਨੇ ਲਿਖਿਆ ਨਾ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਕੋਈ ਢੋਲ ਢਮੱਕਾ ਸਰਵਰ ਦਾ ਹਿੜਵਸ ਬਾਬੇ ਨਾਨਕ ਦੇ। ਲੋਕ ਗਊ ਪਨਾਵੇ ਜਿਉਂ ਭਾਵੇਂ ਅੱਲੇ ਹੋਣ, ਉਹ ਕਹਿੰਦੇ ਸਾਡੀ ਗਊ ਪੂਰੀ ਹੋਣੀ ਚਾਹੀਦੀ, ਚਾਹੇ ਗਧੇ ਨੂੰ ਵੀ ਪੀਰ ਮੰਨਿਆ ਜਾਵੇ, ਇਹਦੇ ਵਿੱਚ ਕੋਈ ਹਰਜ ਨਹੀਂ। ਇਸੇ ਲਈ ਸਤਿਗੁਰੂ ਕਹਿੰਦੇ ਨੇ ਇੱਕ ਤੇ ਭਰੋਸਾ ਕਰੋ, ਇੱਕ ਅੱਗੇ ਅਰਦਾਸ ਕਰੋ, ਅਤੇ ਤੁਹਾਡੀ ਅਰਦਾਸ ਇੱਕ ਦੇ ਪਾਸ ਹੀ ਮੰਨੀ ਜਾਏਗੀ। ਜਿਹੜੇ ਲੋਕ ਹੋਰ ਬਹੁਤੇ ਯਤਨ ਕਰਦੇ ਫਿਰਦੇ ਨੇ, ਤਿੰਨ ਤਿਲ ਨਹੀਂ ਕੀਮਤ ਜਾਨੀ, ਪਰਮੇਸ਼ਰ ਦੀ ਦਰਗਾਹ ਦੇ ਵਿੱਚ ਤਿਲ ਮਾਤਰ ਵੀ, ਤਿਲ ਬਹੁਤ ਛੋਟਾ ਹੁੰਦਾ ਨਾ, ਭਾਵ ਰਤਾ ਭਰ ਵੀ ਉਹਨਾਂ ਦੀ ਕੋਈ ਕੀਮਤ ਨਹੀਂ ਜਾਣੀ ਜਾਂਦੀ।
ਉੱਥੇ ਸ਼ਰਧਾ ਭਾਵਨਾ ਦੇ ਨਾਲ ਜੇ ਕੋਈ ਅਰਦਾਸ ਕਰਦਾ ਹੈ ਉਹੀ ਪ੍ਰਵਾਨ ਹੁੰਦੀ ਹੈ। ਹੋਰ ਜਿਹੜੇ ਅਸੀਂ ਕੋਈ ਯਤਨ ਕਰਦੇ ਹਾਂ ਉਹਨਾਂ ਦੀ ਤਿਲ ਪਰ ਵੀ ਉੱਥੇ ਕੀਮਤ ਨਹੀਂ ਜਾਣੀ ਜਾਂਦੀ। ਦੂਜਾ ਇਹਦੇ ਵਿੱਚ ਭਾਵ ਇਹ ਵੀ ਹੈ ਅਵਰ ਯਤਨ ਜਿਹੜੇ ਹੋਰ ਸਕਾਮ ਕਰਮ ਨੇ, ਤੀਰਥ ਵਰਤ ਯਾਰ ਦਾਨ ਕਰ ਮਨ ਮਹਿ ਧਰੈ ਗੁਮਾਨ, ਨਾਨਕ ਨੇ ਫਲ ਜਾਤੇ ਜੋ ਕੁੰਚਰ ਇਸ਼ਨਾਨ, ਹਰ ਬਿਨ ਔਰ ਕਿਰਿਆ ਬਿਰਤੇ, ਜਪ ਤਪ ਸੰਜਮ ਕਰਮ ਕਮਾਣੇ ਇਹ ਹੋਰ ਹੈ ਮੂਸੇ। ਇਹਨਾਂ ਦੀ ਵੀ ਉੱਥੇ ਕੋਈ ਬੋਕਤ ਨਹੀਂ ਹੁੰਦੀ ਜਿਹੜੇ ਸਕਾਮ ਕਰਮ ਅਸੀਂ ਕਰਦੇ ਹਾਂ। ਨਿਸਕਾਮ ਹੋ ਕੇ ਭਗਤੀ ਕਰੋ ਤੇ ਫਿਰ ਤੁਹਾਡੀ ਵਾਹਿਗੁਰੂ ਦੇ ਦਰ ਦੇ ਉੱਤੇ ਬੇਨਤੀ, ਜੋਦੜੀ, ਅਰਦਾਸ ਪ੍ਰਵਾਨ ਹੋਵੇਗੀ ਤੇ ਹੋਰ ਕਿਸੇ ਤਰੀਕੇ ਦੇ ਨਾਲ ਤੁਸੀਂ ਉਸ ਦੇ ਦਰ 'ਤੇ ਪ੍ਰਵਾਨ ਨਹੀਂ ਹੋ ਸਕਦੇ। ਹੁਣ ਆਰੰਭ ਤੋਂ ਗਰੀਬ ਨਿਵਾਜ ਸਤਿਗੁਰੂ ਜੀ ਜਦੋਂ ਆਪਾਂ ਅਰਦਾਸ ਕਰਨੀ ਹੁੰਦੀ ਹੈ ਨਾ, ਇੱਕ ਮਰਜ਼ਾਦਾ ਹੈ। ਉਹ ਮਰਜ਼ਾਦਾ ਕੀ ਹੈ? ਪੰਜ ਪਿਆਰੇ ਜਦੋਂ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਦੇ ਹਨ ਉਸ ਵੇਲੇ ਸਾਨੂੰ ਇਹ ਸਿੱਖਿਆ ਦਿੰਦੇ ਹਨ ਵੀ ਤੁਸੀਂ ਪੰਜਾਂ ਤਖਤਾਂ 'ਤੇ ਜਾਣਾ। ਖਾਲਸੇ ਦੇ 5 ਤਖਤ ਨੇ, 4 ਧਾਮ ਨੇ, ਹੋਰ ਬੇਅੰਤ ਇਤਿਹਾਸਕ ਗੁਰਦੁਆਰੇ ਨੇ, ਧਾਰਮਿਕ ਕੇਂਦਰੀ ਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ। ਜਦੋਂ ਉੱਥੇ ਜਾਣਾ ਉੱਥੇ ਪੁਰਾਣੀ ਮਰਜ਼ਾਦਾ ਅਨੁਸਾਰ 1.25 ਰੁਪਇਆ ਗੋਲਕ ਵਿੱਚ ਪਾਉਣਾ ਅਤੇ 1.25 ਰੁਪਏ ਦੀ ਦੇਗ ਕਰਾਉਣੀ ਹੈ। ਇਹ ਪੰਥ ਦੀ ਇੱਕ ਮਰਜ਼ਾਦਾ ਹੈ ਅਤੇ ਬਾਕੀ ਇਹ ਪੁਰਾਤਨ ਮਰਜ਼ਾਦਾ ਵਿੱਚ 1.25 ਰੁਪਇਆ ਹੀ ਲਿਖਿਆ ਹੋਇਆ ਅਤੇ ਹੁਣ ਦੇ ਹਿਸਾਬ ਦੇ ਨਾਲ ਉਸ ਵੇਲੇ ਪੈਸੇ ਦੀ ਵੈਲਿਊ ਬਹੁਤ ਵੱਡੀ ਸੀ ਅਤੇ ਹੁਣ ਵੱਧ ਵੀ ਆਪਾਂ ਸੇਵਾ ਕਰ ਸਕਦੇ ਹਾਂ। ਇਹ ਆਪੋ ਆਪਣੀ ਸ਼ਰਧਾ ਹੈ, ਆਪੋ ਆਪਣੀ ਸਮਰੱਥਾ ਹੈ। ਸ਼ਰਧਾ ਮੂਜਬ, ਸਮਰੱਥਾ ਮੂਜਬ ਆਪਾਂ ਸੇਵਾ ਕਰ ਸਕਦੇ ਹਾਂ। ਇਹ ਇੱਕ ਮਰਜ਼ਾਦਾ ਹੈ। ਅਰਦਾਸ ਕਰਨ ਵੇਲੇ ਸਾਨੂੰ ਗੁਰੂ ਦੇ ਚਰਨਾਂ ਵਿੱਚ ਭੇਟਾ ਅਰਪਣ ਕਰਨੀ ਪੈਂਦੀ ਹੈ ਅਤੇ ਜਦੋਂ ਆਪਾਂ ਵਾਹਿਗੁਰੂ ਦੇ ਦਰ 'ਤੇ ਅਰਦਾਸ ਬੇਨਤੀ ਕਰਨੀ, ਭੇਟਾ ਕਿਹੜੀ ਅਰਪਣ ਕਰਨੀ ਹੈ ਉਹਦੇ ਬਾਰੇ ਪਹਿਲੀਆਂ ਪੰਕਤੀਆਂ ਵਿੱਚ ਸਤਿਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਹਨ। ਸੰਗਤਾਂ ਪ੍ਰੇਮ ਨਾਲ ਸੁਣੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹੱਲਾ ਪੰਜਵਾ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਘੜ ਸੁਜਾਨੀ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਹਨ, ਤੁਸੀਂ ਵਾਹਿਗੁਰੂ ਨੂੰ ਕੀ ਭੇਟਾ ਕਰ ਸਕਦੇ ਹੋ? ਜੋ ਕੋਈ ਤੁਹਾਡੇ ਕੋਲ ਹੈ ਉਹ ਤੁਹਾਡਾ ਨਹੀਂ ਹੈ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ। ਸਾਡੇ ਕੋਲੇ 3 ਚੀਜ਼ਾਂ ਨੇ ਹਰ ਇਨਸਾਨ ਦੇ ਕੋਲ, ਤਨ, ਮਨ ਤੇ ਧਨ। ਇਹ ਕਿਹਨੇ ਦਿੱਤਾ ਹੈ? ਹਜ਼ੂਰ ਕਹਿੰਦੇ ਇਹ ਵਾਹਿਗੁਰੂ ਦੀ ਦਾਤ ਹੈ। ਤਨ ਤੇ ਮਨ ਵੀ ਤੇ ਧਨ ਵੀ। ਕਈ ਵਾਰ ਮਨੁੱਖ ਭੁਲੇਖਾ ਖਾ ਜਾਂਦਾ ਵੀ ਤਨ ਤੇ ਮਨ ਤੇ ਵਾਹਿਗੁਰੂ ਦੀ ਦਾਤ ਹੋ ਸਕਦੀ, ਪਰ ਧਨ ਤੇ ਅਸੀਂ ਮਿਹਨਤ ਕਰਕੇ ਕਮਾਇਆ, ਇਹ ਤੇ ਸਾਡਾ ਹੀ ਹੈ ਨਾ। ਨਹੀਂ, ਜਿਸ ਕਾ ਤਨ ਮਨ, ਜਿਸ ਦਾ ਤਨ ਤੇ ਮਨ ਤੁਹਾਨੂੰ ਬਖਸ਼ਿਸ਼ ਕੀਤਾ ਹੋਇਆ ਹੈ, ਇਹ ਵਾਹਿਗੁਰੂ ਦੀਆਂ ਦਾਤਾਂ ਨੇ। ਧਨ ਸਾਹਿਬ ਜਿਸ ਕਾ, ਧਨ ਵੀ ਉਸੇ ਦਾ ਹੀ ਹੈ। ਹੁਣ ਤਨ ਮਨ ਧਨ ਵਾਹਿਗੁਰੂ ਦੀਆਂ ਦਾਤਾਂ ਨੇ ਅਤੇ ਹੁਣ ਆਪਾਂ ਉਹਦੀਆਂ ਦਾਤਾਂ ਹੀ ਉਹਨੂੰ ਭੇਟ ਕਰਨੀਆਂ। ਅਤੇ ਜਦੋਂ ਆਪਾਂ ਤਨ ਦਾ ਤਾਨ, ਮਨ ਦਾ ਮਾਣ ਅਤੇ ਧਨ ਦਾ ਗੁਮਾਨ ਛੱਡ ਕੇ ਵਾਹਿਗੁਰੂ ਦੇ ਦਰ 'ਤੇ ਟਹਿ ਪੈਂਦੇ ਹਾਂ ਕਿ ਹੇ ਵਾਹਿਗੁਰੂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗੈ ਮੇਰਾ। ਫਿਰ ਅਰਦਾਸ ਕਰੋ ਤਨ ਮਨ ਧਨ ਉਹਦੇ ਚਰਨਾਂ ਵਿੱਚ ਅਰਪਣ ਕਰਕੇ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਅਤੇ ਫਿਰ ਤੁਹਾਡੀ ਇਹ ਭੇਟਾ ਹੋ ਗਈ ਅਰਦਾਸ ਦੀ। ਤਨ ਮਨ ਧਨ ਵਾਹਿਗੁਰੂ ਨੂੰ
ਅਰਪਣ ਕਰਨਾ, ਇਹ ਸੰਕਲਪ ਦੇ ਨਾਲ ਅਰਪਿਆ ਜਾਂਦਾ ਹੈ। ਧਨ ਤੇ ਅਸੀਂ ਬਾਹਰੋਂ ਵੀ ਭੇਟ ਕਰ ਦਿੰਦੇ ਹਾਂ, ਸੰਗਤ ਆਉਂਦੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਕੁਝ ਮਾਇਆ ਆਪਾਂ ਭੇਟ ਕਰ ਦਿੰਦੇ ਹਾਂ, ਇਹ ਦਿਸਦਾ ਸਾਨੂੰ। ਤਨ ਆਪਾਂ ਗੁਰੂ ਚਰਨਾਂ ਦੇ ਵਿੱਚ ਜਦੋਂ ਨਮਸਕਾਰ ਕਰਦੇ ਹਾਂ, ਉਸ ਵੇਲੇ ਭੇਟ ਕਰਦੇ ਹਾਂ, ਉਹ ਵੀ ਨਜ਼ਰ ਆ ਜਾਂਦਾ। ਪਰ ਜਿਹੜਾ ਮਨ ਹੈ ਨਾ, ਮਨ ਭੇਟਾ ਕਰਨਾ ਸਭ ਤੋਂ ਔਖਾ ਹੈ। ਪਰ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਤੇ ਫਿਰ ਇਹ ਮਨ ਗੁਰੂ ਨੂੰ ਭੇਟਾ ਹੁੰਦਾ। ਨਹੀਂ ਤਨ ਤੇ ਤਨ ਅਸੀਂ ਭੇਟਾ ਕਰਕੇ ਤੇ ਮਨ ਆਪਣੇ ਕੋਲ ਰੱਖ ਕੇ ਹਮੇਸ਼ਾ ਲਈ ਮੱਥਾ ਟੇਕਦੇ ਹਾਂ। ਪਰ ਹਜ਼ੂਰ ਕਹਿੰਦੇ ਤਨ ਮਨ ਧਨ ਤਿੰਨੇ ਹੀ ਵਾਹਿਗੁਰੂ ਦੀਆਂ ਦਾਤਾਂ ਨੇ। ਮੈਂ ਇੱਕ ਹੋਰ ਬੇਨਤੀ ਕਰਾਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਧਰਮ ਦੇ ਪ੍ਰਥਮ ਗੁਰੂ ਨੇ, ਪਹਿਲੇ ਰਹਿਬਰ ਨੇ। ਤਿੰਨ ਇਹ ਕਲਮੋਂ ਧਰਮ ਚਲਾਇਓ, ਸਭ ਸਾਧਨ ਕੋ ਰਾਹ ਬਤਾਇਓ। ਉਹਨਾਂ ਨੇ ਸਾਨੂੰ ਇੱਕ ਐਸਾ ਸਿੱਖੀ ਦਾ ਮਾਰਗ ਬਖਸ਼ਿਸ਼ ਕੀਤਾ ਹੈ ਜਿਹਦੇ ਤਿੰਨ ਬੁਨਿਆਦੀ ਅਸੂਲ ਸਾਨੂੰ ਬਖਸ਼ਿਸ਼ ਕੀਤੇ। ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ। ਕਿਰਤ ਕਰਨ ਦੇ ਨਾਲ ਤਨ ਅਰੋਗ ਰਹਿੰਦੇ ਤੇ ਤਨ ਪਵਿੱਤਰ ਹੋ ਜਾਂਦਾ। ਨਾਮ ਜਪਣ ਦੇ ਨਾਲ ਮਨ ਦੀ ਮੈਲ ਧੁੱਪ ਜਾਂਦੀ, ਭਰੀਐ ਮਤ ਪਾਪਾਂ ਕੈ ਸੰਗ ਹੋ ਧੁੱਪੈ ਨਾਵੈ ਕੈ ਰੰਗ। ਤੇ ਦਸਵੰਧ ਦੇਣ ਦੇ ਨਾਲ, ਸੇਵਾ ਵਿੱਚ ਧਨ ਖਰਚਣ ਦੇ ਨਾਲ ਧਨ ਪਵਿੱਤਰ ਹੋ ਜਾਂਦਾ, ਧਨ ਸਫਲ ਹੋ ਜਾਂਦਾ। ਜਿਸ ਕਾ ਤਨ ਮਨ ਧਨ, ਇਹ ਤਨ ਮਨ ਧਨ ਦੀ ਸਫਲਤਾ ਲਈ ਸਿੱਖੀ ਦੇ ਤਿੰਨ ਬੁਨਿਆਦੀ ਅਸੂਲ ਸਤਿਗੁਰੂ ਨੇ ਬਖਸ਼ਿਸ਼ ਕੀਤੇ ਨੇ। ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ। ਜਦੋਂ ਆਪਾਂ ਇਹ ਕਰਨ ਲੱਗ ਜਾਂਦੇ, ਸਮਝ ਲਓ ਅਸੀਂ ਤਨ ਮਨ ਧਨ ਗੁਰੂ ਨੂੰ ਭੇਟ ਕਰ ਦਿੱਤਾ। ਤੇ ਫਿਰ ਭਰੋਸਾ ਰੱਖਣਾ ਸੋਈ ਸੁਗੜ ਸੁਜਾਨੀ, ਉਹ ਵਾਹਿਗੁਰੂ ਸੁਗੜ ਸੋਹਣੀਆਂ ਘਾੜਤਾਂ ਕੱਢਣ ਵਾਲਾ ਬੜਾ ਸਿਆਣਾ ਇੱਕ ਆਰਕੀਟੈਕਟਰ ਹੈ। ਬਹੁਤ ਸਾਰੇ ਜਿਹੜੇ ਲੋਕ ਨੇ, ਖਾਸ ਕਰਕੇ ਜਿਨ੍ਹਾਂ ਨੂੰ ਆਪਾਂ ਰਾਮਗੜੀਏ ਮਿਸਤਰੀ ਸ਼ਬਦ ਨਾਲ ਸੰਬੋਧਨ ਕਰਦੇ, ਉਹ ਵਿਸ਼ਵਕਰਮਾ ਨੂੰ ਮੰਨਦੇ ਪੂਜਦੇ ਨੇ। ਵਿਸ਼ਵਕਰਮਾ ਕਹਿੰਦੇ ਇੱਕ ਦੇਵਤਾ ਹੈ, ਪਰ ਸਤਿਗੁਰੂ ਕਹਿੰਦੇ ਨੇ ਸਭ ਦੇਵੀ ਦੇਵਤਿਆਂ ਦਾ ਕਰਤਾ ਅਕਾਲ ਪੁਰਖ ਹੀ ਹੈ। ਉਹੀ ਸ੍ਰੇਸ਼ਟ ਘਾੜਤਾਂ ਨੂੰ ਘੜਨ ਵਾਲਾ ਹੈ ਤੇ ਸੁਜਾਨੀ, ਸੁਜਾਨ ਹੈ। ਸੁਜਾਨ ਕਹਿੰਦੇ ਕਿਹਨੂੰ ਕਹਿੰਦੇ ਨੇ? ਜਿਹੜਾ ਬਹੁਤ ਦਾਨਿਸ਼ਵੰਦ ਹੋਵੇ, ਹਰ ਗੱਲ ਨੂੰ ਸਮਝਣ ਵਾਲਾ ਹੋਵੇ, ਸਾਡੀ ਦਿਲ ਦੀ ਭਾਵਨਾ ਨੂੰ ਸਮਝਣ ਵਾਲਾ ਹੋਵੇ, ਉਹਨੂੰ ਕਹਿੰਦੇ ਨੇ ਸੁਜਾਨ। ਉਸ ਵਾਹਿਗੁਰੂ ਨੇ ਤਨ ਮਨ ਧਨ ਇਹ ਸਾਨੂੰ ਬਖਸ਼ਿਸ਼ ਕੀਤਾ ਹੋਇਆ ਹੈ ਤੇ ਉਹੀ ਵਾਹਿਗੁਰੂ ਸ੍ਰੇਸ਼ਟ ਘਾੜਤਾਂ ਨੂੰ ਘੜਨ ਵਾਲਾ ਹੈ। ਉਹੀ ਸੁਜਾਨ ਸਾਡੇ ਦਿਲਾਂ ਦੀਆਂ ਗੁਪਤ ਗੱਲਾਂ ਨੂੰ, ਗੁੱਝੇ ਭੇਦਾਂ ਨੂੰ ਵੀ ਜਾਣਨ ਵਾਲਾ ਹੈ। ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤੋ ਬਿਧ ਨੀਕੀ ਖਟਾਨੀ। ਗਰੀਬ ਨਵਾਜ਼ ਸਤਿਗੁਰੂ ਜੀ ਫਰਮਾਉਂਦੇ ਨੇ, ਉਸ ਅਕਾਲ ਪੁਰਖ ਨੇ, ਉਸ ਸੁਗੜ ਸੁਜਾਨ ਵਾਹਿਗੁਰੂ ਪਰਮੇਸ਼ਰ ਨੇ ਸਾਡਾ ਦੁੱਖ ਤੇ ਸੁੱਖ ਸੁਣਿਆ। ਕਿਉਂ? ਅਸੀਂ ਉਹਦੇ ਚਰਨਾਂ ਵਿੱਚ ਅਰਦਾਸ ਕੀਤੀ। ਅਰਦਾਸ ਵਿੱਚ ਆਪਾਂ ਕੀ ਮੰਗਦੇ ਹਾਂ? ਦੁੱਖਾਂ ਦੀ ਨਿਵਰਤੀ, ਸੁੱਖਾਂ ਦੀ ਪ੍ਰਾਪਤੀ, ਇਹੀ ਦੋ ਚੀਜ਼ਾਂ ਹੁੰਦੀਆਂ। ਹਜ਼ੂਰ ਕਹਿੰਦੇ ਅਸੀਂ ਜਦੋਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ, ਤਨ ਮਨ ਧਨ ਅਰਪਣ ਕਰਕੇ, ਤੇ ਉਹਨੇ ਸਾਡੇ ਦੁੱਖ ਸੁੱਖ ਨੂੰ ਸੁਣਿਆ, ਗਹੁ ਦੇ ਨਾਲ ਸੁਣਿਆ। ਫਿਰ ਕੀ ਹੋਇਆ? ਅਰਦਾਸ ਮਨਜ਼ੂਰ ਹੋ ਗਈ। ਤੌਬਿਦ ਨਿੱਕੀ ਖਟਾਨੀ, ਫਿਰ ਚੰਗੀ ਵਿਧੀ, ਚੰਗੀ ਤਰਕੀਬ, ਚੰਗੇ ਸਬੱਬ, ਖਟਾਨੀ ਦਾ ਅਰਥ ਪ੍ਰਾਪਤ ਹੋ ਗਿਆ। ਜਦੋਂ ਕਿਸੇ ਦੀ ਅਰਦਾਸ ਵਾਹਿਗੁਰੂ ਪਰਮੇਸ਼ਰ ਸੁਣ ਲੈਂਦਾ ਹੈ ਨਾ, ਫਿਰ ਆਪਣੇ ਆਪ ਹੀ ਸਬੱਬ ਢੁਕਦੇ ਜਾਂਦੇ ਨੇ, ਕਾਰਜ ਦੀ ਸਿੱਧੀ ਹੁੰਦੀ ਜਾਂਦੀ ਹੈ। ਇਹ ਅਰਦਾਸ ਦਾ ਮਹੱਤਵ ਹੈ। ਜਦੋਂ ਅਸੀਂ ਅਰਦਾਸ ਬੇਨਤੀ ਕਰਦੇ ਹਾਂ, ਜਿਹੜੇ ਅਧੂਰੇ ਕਾਰਜ ਨੇ ਸੰਪੂਰਨ ਹੋ ਜਾਂਦੇ ਨੇ, ਜਿਹੜੇ ਵਿਘਨ ਨੇ ਉਹ ਵੀ ਦੂਰ ਹੋ ਜਾਂਦੇ ਨੇ। ਵਿਘਨ ਨਾ ਕੋ ਲਾਗਤਾ ਗੁਰ ਪਹਿ ਅਰਦਾਸ। ਜਦੋਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਹੁੰਦੀ ਹੈ, ਫਿਰ ਆਪੇ ਹੀ ਚੰਗੀ ਵਿਧੀ ਤਰਕੀਬ ਪ੍ਰਾਪਤ ਹੋ ਜਾਂਦੀ ਹੈ। ਜੀ ਕੀ
ਇਕ ਹੀ ਪਹਿ ਮਾਨੀ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਅਸਾਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੀ ਕੀਤੀ। ਜੀ ਕੀ ਦਿਲ ਦੀ ਕੀਤੀ ਹੋਈ, ਜਿੰਦ ਜਾਨ ਦੀ, ਮਨ ਦੀ ਕੀਤੀ ਹੋਈ ਅਰਦਾਸ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਪਾਸ ਮੰਨੀ ਗਈ, ਭਾਵ ਪ੍ਰਵਾਨ ਹੋਈ ਹੈ। ਅਵਰ ਜਤਨ ਕਰ ਰਹੇ ਬਹੁ ਤੇਰੇ, ਤਿਨ ਤਿਲ ਨਹੀਂ ਕੀਮਤ ਜਾਨੀ। ਹੋਰ ਦੁਨੀਆ ਦੇ ਲੋਕ ਬੜੇ ਯਤਨ ਕਰਦੇ ਨੇ, ਕੋਈ ਪੁੰਨ ਦਾਨ, ਤੀਰਥ ਇਸ਼ਨਾਨ, ਹੋਰ ਬਹੁਤ ਕੁਛ ਕਰਦੇ ਨੇ। ਕੋਈ ਮੜੀਆਂ ਮਸਾਣੀਆਂ ਦੀ ਪੂਜਾ, ਕੋਈ ਟੂਣੇ ਟਾਮਣ, ਕੋਈ ਜੰਤਰ ਮੰਤਰ ਤੰਤਰ ਕਰਦੇ ਫਿਰਦੇ ਨੇ। ਹਜ਼ੂਰ ਕਹਿੰਦੇ ਹੋਰ ਦੁਨੀਆ ਦੇ ਲੋਕ ਬਹੁਤੇ ਯਤਨ ਕਰਦੇ ਫਿਰਦੇ ਨੇ, ਤਿੰਨ ਤਿਲ ਨਹੀਂ ਕੀਮਤ ਜਾਣੀ, ਪਰ ਉਹਨਾਂ ਦੀ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਤਿਲ ਭਰ ਵੀ ਕੀਮਤ ਨਹੀਂ ਜਾਣੀ ਜਾਂਦੀ। ਕਿਉਂ? ਸਤਿਗੁਰੂ ਦੇ ਬਚਨ ਨੇ, ਅਸੀਂ ਜੋ ਸਕਾਮ ਕਰਮ ਕਰਦੇ ਹਾਂ ਨਾ, ਉਹ ਰਸਤੇ ਵਿੱਚ ਹੀ ਜੰਮ ਲੁੱਟ ਲੈਂਦੇ ਨੇ। ਤੇ ਜਿਹੜੀ ਨਿਸਕਾਮ ਭਗਤੀ ਹੈ, ਵਾਹਿਗੁਰੂ ਦਾ ਸਿਮਰਨ ਹੈ, ਇਹ ਸ਼ਾਹੀ ਖਜ਼ਾਨਾ ਹੈ। ਸ਼ਾਹੀ ਖਜ਼ਾਨੇ ਨੂੰ ਕੋਈ ਟੈਕਸ ਨਹੀਂ ਲੱਗਦਾ ਹੁੰਦਾ। ਹੋਰ ਜਿਹੜੇ ਬਿਜ਼ਨਸਮੈਨ ਨੇ, ਵਪਾਰੀ ਲੋਕ ਨੇ, ਉਹਨਾਂ ਨੂੰ ਟੈਕਸ ਦੇਣਾ ਪੈਂਦਾ, ਪਰ ਸ਼ਾਹੀ ਖਜ਼ਾਨੇ ਨੂੰ, ਸਰਕਾਰੀ ਧਨ ਨੂੰ ਕੋਈ ਟੈਕਸ ਨਹੀਂ ਲੱਗਦਾ। ਵਾਹਿਗੁਰੂ ਦੀ ਭਗਤੀ ਇਹ ਸ਼ਾਹੀ ਖਜ਼ਾਨਾ ਹੈ, ਇਸ ਲਈ ਗੁਰਮੁਖ ਇਹਦੇ ਨਾਲ ਸਾਂਝ ਪਾਉਂਦੇ ਨੇ। ਇਸੇ ਲਈ ਉਹਨਾਂ ਦੀ ਕੀਮਤ ਉੱਥੇ ਪੈਂਦੀ ਹੈ, ਤੇ ਬਾਕੀ ਜਿਹੜੇ ਅਸੀਂ ਹੋਰ ਯਤਨ ਕਰਦੇ ਹਾਂ, ਉਹਨਾਂ ਦੀ ਤਿੰਨ ਤਿਲ ਭਰ ਵੀ ਕੀਮਤ ਨਹੀਂ ਜਾਣੀ ਜਾਂਦੀ। ਰਹਾਉ। ਵਿਸਰਾਮ ਦੇ ਕੇ ਗਰੀਬ ਨਿਵਾਜ ਸਤਿਗੁਰੂ ਜੀ ਅੱਗੇ ਫਰਮਾਉਂਦੇ ਹਨ, ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ। ਮਹਾਰਾਜ ਤੁਸੀਂ ਆਖਿਆ ਸੀ, ਤੋ ਬਿਦ ਨੇਕੀ ਖਟਾਨੀ, ਚੰਗੀ ਤਰਕੀਬ ਟੁੱਕ ਜਾਂਦੀ ਹੈ, ਚੰਗੀ ਉਕਤੀ ਜੁਗਤੀ ਢੰਗ ਤਰੀਕੇ ਉਪਲਬਧ ਹੋ ਜਾਂਦੇ ਨੇ। ਉਹ ਕਿਹੜੇ ਨੇ? ਇਹਦੇ ਬਾਰੇ ਪਤਾ ਲੱਗੇ। ਉਹ ਹੈ ਪੂਰੇ ਗੁਰੂ ਦਾ ਮਿਲਾਪ ਤੇ ਪੂਰੇ ਗੁਰੂ ਦੀ ਬਖਸ਼ਿਸ਼ ਦੀ ਖਿਆਮਤ। ਇਹ ਸਭ ਤੋਂ ਵੱਡੀ ਗਨੀਮਤ ਹੈ, ਸਭ ਤੋਂ ਵੱਡੀ ਦਾਤ ਹੈ। ਹਜ਼ੂਰ ਫਰਮਾਉਂਦੇ ਹਨ, ਅੰਮ੍ਰਿਤ ਨਾਮ ਨਿਰਮੋਲਕ ਹੀਰਾ। ਵਾਹਿਗੁਰੂ ਦਾ ਨਾਮ ਅੰਮ੍ਰਿਤ ਹੈ। ਅੰਮ੍ਰਿਤ ਦਾ ਜਿਹੜਾ ਅਰਥ ਹੈ, ਅੰਮ੍ਰਿਤ ਜਿਹੜਾ ਮੌਤ ਦੇ ਡਰ ਨੂੰ ਦੂਰ ਕਰ ਦੇਵੇ, ਮੌਤ ਦੇ ਖੌਫ ਨੂੰ ਸਾਡੇ ਮਨ ਤੋਂ ਦੂਰ ਕਰ ਦੇਵੇ, ਉਹਨੂੰ ਕਹਿੰਦੇ ਆ ਅੰਮ੍ਰਿਤ। ਅੰਮ੍ਰਿਤ ਪੀਆ ਸਤਿਗੁਰ ਦੀਆਂ। ਨਾਮ ਦੇ ਵਿੱਚ ਸ਼ਕਤੀ ਆ, ਉਹ ਸਾਡੇ ਮੌਤ ਦੇ ਦੁੱਖ ਨੂੰ ਦੂਰ ਕਰ ਦਿੰਦਾ। ਵਾਹਿਗੁਰੂ ਦਾ ਨਾਮ ਅੰਮ੍ਰਿਤ ਹੈ। ਦੂਸਰਾ ਅੰਮ੍ਰਿਤ ਦਾ ਅਰਥ ਜਿਹੜਾ ਬਹੁਤ ਸਵਾਦਲਾ ਕੋਈ ਪਦਾਰਥ ਹੋਵੇ, ਆਪਾਂ ਉਹਨੂੰ ਵੀ ਅੰਮ੍ਰਿਤ ਕਹਿੰਦੇ ਹਾਂ, ਵੀ ਅੰਮ੍ਰਿਤ ਵਰਗਾ ਮਿੱਠਾ। ਖੰਡੇ ਬਾਟੇ ਦਾ ਵੀ ਅੰਮ੍ਰਿਤ ਹੈ, ਉਹ ਵੀ ਬੜਾ ਸਵਾਦਲਾ, ਆਨੰਦਮਈ ਕਿ ਬਹੁਤ ਸ਼ਕਤੀ ਵਾਲਾ ਹੈ। ਜਿਹੜਾ ਨਾਮ ਬਾਣੀ ਦਾ ਅੰਮ੍ਰਿਤ ਹੈ, ਸਭ ਤੋਂ ਮਹਾਨ ਹੈ। ਅੰਮ੍ਰਿਤ ਨਾਮ ਨਿਰਮੋਲਕ ਹੀਰਾ। ਵਾਹਿਗੁਰੂ ਦਾ ਨਾਮ ਅੰਮ੍ਰਿਤ ਮਿਰਤੂ ਦੇ, ਮੌਤ ਦੇ ਭੈ ਨੂੰ ਦੂਰ ਕਰਨ ਵਾਲਾ ਹੈ, ਤੇ ਨਾਲ ਹੀ ਨਿਰਮੋਲਕ ਹੀਰਾ। ਇਹ ਇੱਕ ਬੇਸ਼ਕੀਮਤੀ, ਜਿਵੇਂ ਕੋਹਨੂਰ ਹੀਰਾ ਬੜਾ ਬੇਸ਼ਕੀਮਤੀ ਸੀ, ਜਿਹੜਾ ਹੁਣ ਇੰਗਲੈਂਡ ਦੇ ਵਿੱਚ ਰਾਣੀ ਦੇ ਤਾਜ ਦੇ ਵਿੱਚ ਤੇ ਅਜਾਇਬ ਘਰ ਦੇ ਵਿੱਚ ਰੱਖਿਆ, ਦੱਸਦੇ ਨੇ। ਇਹ ਵਾਹਿਗੁਰੂ ਦਾ ਨਾਮ ਅੰਮ੍ਰਿਤ ਰੂਪ ਹੈ ਤੇ ਬੇਸ਼ਕੀਮਤੀ ਹੀਰਾ ਹੈ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢੰਡੋਲ, ਪੂਜਸ ਨਾਹੀਂ ਹਰ ਹਰੇ, ਨਾਨਕ ਨਾਮ ਆਮੋਲ। ਗੁਰ ਦੀਓ ਮੰਤਾਨੀ ਪਾਈ। ਗੁਰੂ ਨੇ ਸਾਡੇ ਤੇ ਮਿਹਰ ਕੀਤੀ ਹੈ, ਤੇ ਸਾਨੂੰ ਮੰਤਾਨੀ ਦਾ ਅਰਥ ਹੈ ਇਹ ਨਾਮ ਦਾ ਦੀਖਿਆ ਮੰਤਰ ਬਖਸ਼ਿਸ਼ ਕਰ ਦਿੱਤਾ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਕੋਈ। ਇਹ ਸਤਿਗੁਰੂ ਨੇ ਸਾਡੇ ਤੇ ਮਹਾਨ ਪਰਉਪਕਾਰ ਕੀਤਾ ਹੈ। ਡਿੱਗੈ ਨਾ ਡੋਲਾ ਦ੍ਰਿੜ ਕਰ ਰਹਿਓ, ਪੂਰਨ ਹੋਏ
ਤ੍ਰਿਪਤਾਨੀ। ਲੋ ਜਦੋਂ ਤੋਂ ਨਾਮ ਦਾ ਅੰਮ੍ਰਿਤ ਰਸ, ਇਹ ਨਾਮ ਦਾ ਨਿਰਮੋਲਕ ਬੇਸ਼ਕੀਮਤੀ ਹੀਰਾ ਸਾਨੂੰ ਪ੍ਰਾਪਤ ਹੋਇਆ ਹੈ, ਦ੍ਰਿੜ ਕਰ ਰਹੇ ਹੋ। ਅਸੀਂ ਇਹਨੂੰ ਚੰਗੀ ਤਰ੍ਹਾਂ ਅਨਵੀ ਕਰਕੇ ਅਰਥ ਹੋ ਰਿਹਾ ਹੈ, ਦ੍ਰਿੜ ਕਰ ਰਹੇ ਹੋ। ਉਹਨੂੰ ਅਸੀਂ ਚੰਗੀ ਤਰ੍ਹਾਂ ਪੱਕੀ ਗੰਢ ਬੰਨ੍ਹ ਕੇ ਬੜੇ ਦ੍ਰਿੜ ਵਿਸ਼ਵਾਸ ਦੇ ਨਾਲ, ਸ਼ਰਧਾ ਭਾਵਨਾ ਦੇ ਨਾਲ, ਦ੍ਰਿੜ ਭਰੋਸੇ ਦੇ ਨਾਲ ਉਹਨੂੰ ਆਪਣੇ ਅੰਦਰ ਮਨ ਦੇ ਵਸਾ ਲੈ। ਇਹ ਹੈ ਦ੍ਰਿੜ ਕਰਨਾ। ਜਦੋਂ ਪੰਜ ਪਿਆਰੇ ਮੂਲ ਮੰਤਰ, ਗੁਰ ਮੰਤਰ ਦ੍ਰਿੜ ਕਰਾਉਂਦੇ ਨੇ, ਉਹਨੂੰ ਆਪਣੇ ਮਨ ਵਿੱਚ ਵਸਾ ਲਿਆ, ਦ੍ਰਿੜ ਕਰ ਰਹੇ ਹੋ। ਫਿਰ ਕੀ ਹੋਇਆ? ਪੂਰਨ ਹੋਏ ਤ੍ਰਿਪਤਾਨੀ। ਹੁਣ ਅਸੀਂ ਪੂਰਨ ਤੌਰ 'ਤੇ ਤ੍ਰਿਪਤ ਹੋ ਗਏ ਹਾਂ। ਪੂਰਨ ਤ੍ਰਿਪਤ ਕੌਣ ਹੁੰਦਾ ਹੈ? ਕਈ ਵਾਰ ਤਾਂ ਇਹ ਹੁੰਦਾ ਹੈ, ਕੋਈ ਚੰਗਾ ਪਦਾਰਥ ਛਕਣ ਵਾਸਤੇ ਮਿਲ ਜਾਵੇ ਨਾ, ਸਾਡਾ ਪੇਟ ਭਰ ਜਾਂਦਾ ਹੈ, ਪਰ ਮਨ ਨਹੀਂ ਰੱਜਦਾ। ਮਨ ਹੋਰ ਚਾਹੁੰਦਾ, ਹੋਰ ਛਕ ਲਈਏ, ਹੋਰ ਖਾ ਲਈਏ। ਪੂਰਨ ਤ੍ਰਿਪਤ ਉਹ ਹੁੰਦਾ ਜਿਹਦਾ ਮਨ ਵੀ ਰੱਜ ਜਾਵੇ, ਤਨ ਦੇ ਨਾਲ ਮਨ ਵੀ ਤ੍ਰਿਪਤ ਹੋ ਜਾਵੇ। ਉਹਨਾਂ ਦਾ ਤਨ ਵੀ ਤੇ ਮਨ ਵੀ ਪੂਰਨ ਹੋਏ ਤ੍ਰਿਪਤਾਨੀ, ਪੂਰਨ ਤ੍ਰਿਪਤ ਹੋ ਜਾਂਦਾ ਹੈ। ਤੇ ਫਿਰ ਕੀ ਹੁੰਦਾ ਹੈ? ਜਦੋਂ ਐਸੀ ਅਵਸਥਾ ਬਣ ਜਾਵੇ, ਡਿੱਗੈ ਨਾ ਡੋਲੇ। ਫਿਰ ਆਦਮੀ ਨਾ ਕਦੀ ਡਿੱਗਦਾ ਤੇ ਨਾ ਕਦੀ ਡੋਲਦਾ ਹੈ। ਡਿੱਗੈ ਤੇ ਡੋਲਿਆ ਦੋ ਸ਼ਬਦ ਨੇ। ਡੋਲਦਾ ਮਨ ਹੈ ਤੇ ਡਿੱਗਦਾ ਤਨ ਹੈ। ਪਹਿਲਾਂ ਮਨ ਡੋਲਦਾ ਹੈ। ਸਿੱਖੀ ਵਿੱਚ 4 ਬਜ਼ੁਰਗਰਤਾਂ ਨੇ ਨਾ, ਹੁੱਕਾ, ਹਜਾਮਤ, ਹਲਾਲੋ, ਹਰਾਮ। ਪਹਿਲਾਂ ਮਨ ਡੋਲਦਾ ਉੱਥੇ ਆ ਕੇ, ਤੇ ਫਿਰ ਸਾਡਾ ਸਰੀਰ ਡਿੱਗਦਾ, ਪਤਿਤ ਹੋ ਜਾਂਦੇ ਆਪਾਂ। ਜਦੋਂ ਕੁਰੈਤ ਕੋਈ ਕਰ ਲੈਂਦਾ, ਉਹ ਕਹਿੰਦੇ ਪਤਿਤ ਹੋ ਗਿਆ। ਪਰ ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ, ਜਿਨ੍ਹਾਂ ਨੂੰ ਗੁਰੂ ਨੇ ਦਿਖਿਆ ਮੰਤਰ ਬਖਸ਼ਿਸ਼ ਕਰ ਦਿੱਤਾ, ਤੇ ਜਿਨ੍ਹਾਂ ਨੇ ਦ੍ਰਿੜ ਕਰ ਰਹੇ ਹੋ, ਚੰਗੀ ਤਰ੍ਹਾਂ ਮਨ ਵਿੱਚ ਵਸਾ ਲਿਆ, ਉਹ ਪੂਰਨ ਤ੍ਰਿਪਤ ਹੋ ਗਏ। ਨਾ ਕਦੀ ਫਿਰ ਉਹਨਾਂ ਦਾ ਮਨ ਡੋਲਦਾ ਤੇ ਨਾ ਹੀ ਕਦੀ ਉਹਨਾਂ ਦਾ ਤਨ ਡਿੱਗਦਾ। ਸਰੀਰ ਕਰਕੇ ਵੀ ਤਿਆਰ ਬਰ ਤਿਆਰ ਰਹਿੰਦੇ ਨੇ, ਤੇ ਮਨ ਕਰਕੇ ਵੀ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ। ਓਏ ਜੋ बीच हम तुम कछ होते, तिन की बात बिलानी। ਗਰੀਬਨਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਉਸ ਅੰਮ੍ਰਿਤ ਨਾਮ ਦੀ, ਉਸ ਬੇਸ਼ਕੀਮਤੀ ਹੀਰੇ ਪ੍ਰਭੂ ਦੇ ਨਾਮ ਦੀ ਐਸੀ ਬਰਕਤ ਹੈ, ਜਦੋਂ ਉਹ ਸਾਨੂੰ ਪ੍ਰਾਪਤ ਹੋ ਗਿਆ ਤੇ ਉਸ ਨੇ ਜਿੰਨੇ ਵੀ ਜੀਵ ਈਸ਼ ਦੇ ਭੇਦ ਸਨ, ਉਹ ਵੀ ਸਾਰੇ ਖਤਮ ਕਰ ਦਿੱਤੇ। ਜੀਵ ਈਸ਼ ਦੇ ਭੇਦ ਕਿਹੜੇ ਸਨ? ਓਏ ਜੋ बीच हम तुम कश होते। ਹਮ ਤੁਮ, ਮੈਂ ਤੇ ਤੂੰ ਦੇ ਭੇਦ ਸੀ। ਅਸੀਂ ਆਪਣੇ ਆਪ ਨੂੰ ਵੱਖਰਾ ਸਮਝਦੇ ਸੀ, ਪਰਮੇਸ਼ਰ ਨੂੰ ਵੱਖਰਾ ਸਮਝਦੇ ਸੀ। ਭਗਤ ਕਬੀਰ ਜੀ ਨੇ ਫਰਮਾਇਆ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਹੁਣ ਇਹ ਅਵਸਥਾ ਬਣ ਗਈ ਹੈ, ਜਿਹੜੇ ਮੈਂ ਤੇ ਤੂੰ ਦੇ बीच ਦਾ ਅਰਥ ਹੈ ਵਿੱਚ ਪੜਦੇ ਸਨ, 5 ਕੋਸ਼ਾਂ ਦੇ ਪਰਦੇ ਸਨ, ਆਸਾਂ ਦੇਸ਼ਾਂ ਦੇ ਪੜਦੇ ਸਨ, ਉਹ ਸਾਰੇ ਖਤਮ ਹੋ ਗਏ ਨੇ। ਓਏ ਜੋ बीच ਹਮ ਤੁਮ ਕਸ਼ ਹੋਤੇ, ਤਿਨ ਕੀ ਬਾਤ ਬਿਲਾਨੀ। ਉਹਨਾਂ ਦੀ ਬਾਤ, ਗੱਲਬਾਤ, ਉਹਨਾਂ ਦੀ ਵਾਰਤਾ, ਹੁਣ ਉਹਨਾਂ ਦੀ ਕਥਾ ਕਹਾਣੀ, ਬਿਲਾਨੀ ਦਾ ਅਰਥ ਹੈ ਉਹ ਸਮਾਪਤ ਹੋ ਗਈ ਹੈ। अलंकार मिल थैली होई है, ताते कनक वखानी। ਉਸ ਨਾਮ ਦੀ ਬਰਕਤ ਦੇ ਨਾਲ ਜੀਵ ਈਸ਼ ਦਾ ਭੇਦ ਵੀ ਖਤਮ ਹੋ ਗਿਆ। ਹੁਣ ਐਸੀ ਅਵਸਥਾ ਬਣ ਗਈ ਹੈ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਬੜੀ ਸੋਹਣੀ ਉਦਾਹਰਣ ਦੇ ਕੇ ਸਮਝਾਉਂਦੇ ਨੇ। ਵਿਦਾਨ ਦੇ ਗ੍ਰੰਥਾਂ ਦੇ ਵਿੱਚ ਇੱਕ ਪ੍ਰਣਾਮਵਾਦ ਹੈ, ਦੂਸਰਾ ਵਿਵਰਤਵਾਦ ਲਿਖਿਆ ਹੋਇਆ। ਪ੍ਰਣਾਮਵਾਦ ਉਸ ਨੂੰ ਕਹਿੰਦੇ ਨੇ, ਜਿਵੇਂ ਆਪਾਂ ਦੁੱਧ ਨੂੰ ਜਾਗ ਲਾਦੇ ਨੇ, ਪਹਿਲਾਂ ਦੁੱਧ ਹੁੰਦਾ, ਫਿਰ ਉਹ ਦਹੀਂ ਬਣ ਜਾਂਦਾ, ਤੇ ਫਿਰ ਆਪਾਂ ਜਦੋਂ ਦਹੀਂ ਨੂੰ ਰਿੜਕਦੇ ਹਾਂ, ਮੱਖਣ ਅੱਡ ਹੋ ਜਾਂਦਾ ਤੇ ਲੱਸੀ ਅੱਡ ਹੋ ਜਾਂਦੀ। ਜਿਹਨੂੰ ਇੱਕ ਵਾਰੀ ਦੁੱਧ ਨੂੰ ਜਾਗ ਲੱਗ ਜਾਵੇ, ਉਹ ਦਹੀਂ ਮੁੜ ਕੇ ਦੁੱਧ ਨਹੀਂ ਬਣਦਾ, ਲੱਸੀ ਦੁੱਧ ਨਹੀਂ ਬਣਦੀ।
ਮੱਖਣ ਵੀ ਦੁੱਧ ਨਹੀਂ ਬਣਦਾ। ਇਹ ਪ੍ਰਣਾਮਵਾਦ ਹੈ। ਵਿਵਹਾਰਤਵਾਦ ਉਸ ਨੂੰ ਕਹਿੰਦੇ ਨੇ ਜਿਵੇਂ ਕੋਈ ਸੁਨਿਆਰ ਸੋਨੇ ਦੇ ਗਹਿਣੇ ਕੱਢਦਾ। ਇੱਥੇ ਸੋਨੇ ਦਾ ਦ੍ਰਿਸ਼ਟਾਂਤ ਹੈ ਨਾ, ਜੈਸੀ ਕਣਕ ਵਖਾਨੀ। ਸੁਨਿਆਰ ਸੋਨੇ ਦੇ ਗਹਿਣੇ ਕੱਢਦਾ, ਪਰ ਜਦੋਂ ਸੁਨਿਆਰ ਦੀ ਆਪਣੀ ਇੱਛਾ ਹੁੰਦੀ ਹੈ ਉਹ ਸੋਨੇ ਦੇ ਗਹਿਣਿਆਂ ਨੂੰ ਕੋਠਾਲੀ ਵਿੱਚ ਪਾ ਕੇ ਢਾਲ ਦਿੰਦਾ। ਅਤੇ ਜਦੋਂ ਸੋਨੇ ਦੇ ਗਹਿਣੇ ਕੋਠਾਲੀ ਵਿੱਚ ਢਲ ਜਾਂਦੇ ਨੇ ਅਤੇ ਫਿਰ ਉੱਥੇ ਉਹਨਾਂ ਦਾ ਵੱਖਰਾ ਨਾਮ ਰੂਪ ਖਤਮ ਹੋ ਜਾਂਦਾ ਹੈ ਅਤੇ ਉਹ ਜਿਹੜੇ ਗਹਿਣੇ ਨੇ ਸੋਨਾ ਹੀ ਬਣ ਜਾਂਦੇ ਨੇ। ਹਜ਼ੂਰ ਨੇ ਇਹ ਦ੍ਰਿਸ਼ਟਾਂਤ ਦਿੱਤਾ ਵਿਵਹਾਰਤਵਾਦ ਦਾ। ਅਲੰਕਾਰ ਮਿਲ ਥੈਲੀ ਹੋਈ ਆ ਤਾਂ ਤੇ ਕਣਕ ਵਖਾਨੀ। ਜਿੰਨੇ ਅਲੰਕਾਰ ਸੋਨੇ ਦੇ ਗਹਿਣੇ ਸਨ ਅਤੇ ਜਦੋਂ ਸੁਨਿਆਰ ਨੇ ਕੋਠਾਲੀ ਵਿੱਚ ਢਾਲ ਕੇ ਉਹਨਾਂ ਨੂੰ ਪਿਘਲਾ ਦਿੱਤਾ, ਉਹ ਸਾਰੇ ਗਹਿਣੇ ਮਿਲ ਕੇ ਥੈਲੀ ਹੋਈ ਹੈ, ਉਹ ਸੋਨੇ ਦੀ ਇੱਕ ਟੁਕੜੀ ਬਣ ਜਾਂਦੇ ਨੇ। ਥੈਲੀ ਦਾ ਅਰਥ ਹੁੰਦਾ ਟੁਕੜੀ, ਜਾਂ ਥੈਲੀ ਵੀ ਅਰਥ ਕੀਤਾ ਵੀ ਉਹ ਇੱਕ ਸੋਨੇ ਦੀ ਡਲੀ ਬਣ ਜਾਂਦੇ ਨੇ। ਅਤੇ ਤਾਤੇ ਕਣਕ ਵਖਾਨੀ, ਫਿਰ ਸਾਰੇ ਉਹਨੂੰ ਸੋਨਾ ਹੀ ਕਹਿੰਦੇ ਨੇ। ਗਹਿਣਿਆਂ ਦਾ ਰੰਗ ਰੂਪ ਵੱਖਰਾ ਦਿਖਾਈ ਦਿੰਦਾ, ਪਰ ਹੁੰਦਾ ਤੇ ਸੋਨਾ ਹੀ ਹੈ ਨਾ। ਦਹੀਂ ਦੁੱਧ ਨਹੀਂ ਬਣਦਾ, ਪਰ ਸੋਨੇ ਦੇ ਗਹਿਣੇ ਸੋਨਾ ਹੀ ਹੁੰਦੇ ਨੇ। ਇਹ ਮਹਾਂਪੁਰਖਾਂ ਦੀ ਦ੍ਰਿਸ਼ਟੀ ਹੁੰਦੀ ਹੈ। ਜਿਵੇਂ ਸੋਨੇ ਦੇ ਗਹਿਣੇ ਮਿਲ ਕੇ ਉਹ ਸੋਨੇ ਦੀ ਡਲੀ ਬਣ ਜਾਂਦੇ ਨੇ, ਸੋਨੇ ਦੀ ਟੁਕੜੀ ਬਣ ਜਾਂਦੇ ਨੇ, ਸੋਨੇ ਦੀ ਥੈਲੀ ਬਣ ਜਾਂਦੇ ਨੇ, ਫਿਰ ਉਹਨੂੰ ਸਾਰੇ ਸੋਨਾ ਹੀ ਆਖਦੇ ਨੇ। ਇਹਦਾ ਮਤਲਬ ਇਹ ਹੈ ਉਹਨਾਂ ਮਹਾਂਪੁਰਖਾਂ ਨੂੰ ਜੇਤੇ ਔਰਤ ਮਰਦਾਂ ਸਾਜੇ ਇਹ ਸਭ ਰੂਪ ਤੁਮਾਰੇ। ਜਿੰਨੇ ਇਸਤਰੀ ਪੁਰਸ਼ਾਂ ਦੇ ਦੋ ਕਿਸਮ ਦੀ ਸ੍ਰਿਸ਼ਟੀ ਹਨ, ਨਰ ਤੇ ਮਾਦਾ, ਉਹ ਸਾਰਿਆਂ ਵਿੱਚ ਹੀ ਵਾਹਿਗੁਰੂ ਨੂੰ ਅਨੁਭਵ ਕਰਦੇ ਨੇ। ਘਟ ਘਟ ਮੈਂ ਹਰ ਜੂ ਬਸੇ। ਅਤੇ ਫਿਰ ਉਹਨਾਂ ਨੂੰ ਗਹਿਣੇ ਨਜ਼ਰ ਨਹੀਂ ਆਉਂਦੇ, ਸੋਨਾ ਹੀ ਦਿਸਦੇ, ਤਾਂ ਤੇ ਕਣਕ ਵਖਾਨੀ। ਇਹ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਹੁੰਦੀ ਹੈ ਕਿ ਉਸ ਨੂੰ ਸਾਰੇ ਗਹਿਣੇ ਵੀ ਸੋਨਾ ਦਿਸਦੇ ਨੇ, ਅਤੇ ਸੋਨਾ ਤੇ ਸੋਨਾ ਹੈ ਹੀ ਹੈ। ਇਸੇ ਲਈ ਉਹਨਾਂ ਦੀ ਗੁਰਮੁਖਾਂ ਦੀ ਐਸੀ ਦ੍ਰਿਸ਼ਟੀ ਬਣ ਜਾਂਦੀ ਹੈ। ਪ੍ਰਗਟਿਓ ਜੋਤ ਸਹਿਜ ਸੁਖ ਸ਼ੋਭਾ, ਬਾਜੇ ਅਨਹਤ ਬਾਣੀ। ਉਸ ਨਾਮ ਦੀ ਸ਼ਕਤੀ ਨਾਲ, ਉਸ ਨਾਮ ਦੀ ਬਰਕਤ ਦੇ ਨਾਲ ਪ੍ਰਗਟਿਓ ਜੋਤ, ਜੋਤੀ ਸਰੂਪ ਵਾਹਿਗੁਰੂ ਪਰਮੇਸ਼ਰ ਪ੍ਰਗਟ ਹੋ ਗਿਆ। ਉਸ ਵਾਹਿਗੁਰੂ ਦਾ ਜਿਹੜਾ ਅਸਲੀ ਰੂਪ ਹੈ ਨਾ, ਉਹ ਜੋਤ ਰੂਪ ਹੀ ਹੈ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਅਤੇ ਕਲਗੀਧਰ ਪਾਤਸ਼ਾਹ ਵੀ ਕਹਿੰਦੇ ਨੇ, ਪੂਰਨ ਜੋਤ ਜਗ੍ਹਾ ਘਟ ਮੈਂ, ਤਬ ਖਾਲਸ ਤਾਹੇ ਨਖਾਲਸ ਜਾਣੈ। ਉਹ ਜੋਤੀ ਸਰੂਪ ਵਾਹਿਗੁਰੂ ਪ੍ਰਗਟ ਹੋ ਗਿਆ ਅਤੇ ਸਹਿਜ ਸੁਖ, ਅਤੇ ਸਾਨੂੰ ਤੁਰਿਆ ਅਵਸਥਾ ਦਾ, ਆਤਮਕ ਡੋਲ ਅਵਸਥਾ ਦਾ ਸੁਖ ਪ੍ਰਾਪਤ ਹੋ ਗਿਆ ਅਤੇ ਸੋਭਾ, ਲੋਕ ਪ੍ਰਲੋਕ ਦੀ ਸੋਭਾ ਵੀ ਪ੍ਰਾਪਤ ਹੋ ਗਈ ਹੈ। ਬਾਜੇ ਅਨਹਤ ਬਾਣੀ, ਅਤੇ ਨਾਲ ਅਨਹਦ ਬਾਣੀ ਦੇ ਵਾਜੇ ਵੀ ਵੱਜਣ ਲੱਗ ਪਏ ਨੇ। ਅਨਹਦ ਬਾਣੀ ਦੇ ਵਾਜੇ ਕਿਹੜੇ ਨੇ? ਆ ਜੋਗੀਆਂ ਦੇ ਵੀ 5 ਵਾਜੇ ਪਤੰਜਲ ਸ਼ਾਸਤਰ ਵਿੱਚ ਲਿਖੇ ਮਿਲਦੇ ਨੇ। ਤਤ ਤੰਤੀ ਬਿਤ ਚਰਮ ਕਾ ਕਨਕਾਸੀ ਕਾ ਜਾਨ, ਨਾਰ ਸ਼ਬਦ ਘਟ ਕੋ ਕਹਿ ਸਵਾ ਸੁਖਰ ਪਹਿਚਾਨ। ਇਹ ਜੋਗੀਆਂ ਦੇ 5 ਵਾਜੇ ਨੇ। ਪਰ ਇੱਧਰ ਵਾਜੇ ਕਿਹੜੇ ਨੇ? ਇੱਧਰ ਨਾਮ ਬਾਣੀ ਦੇ ਵਾਜੇ ਨੇ। ਅਸੀਂ ਜਿਸ ਨਾਮ ਬਾਣੀ ਦੇ ਨਾਲ ਜੁੜੇ ਹੋਏ ਹਾਂ, ਅਤੇ ਜਦੋਂ ਅਸੀਂ ਲਗਾਤਾਰ ਰਾਤ ਦਿਨ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ, ਸਾਹ ਸਾਹ ਸਿਮਰੋ ਗੋਬਿੰਦ, ਸਵਾਸ ਸਵਾਸ ਸਿਮਰਨ ਚੱਲ ਪੈਂਦਾ ਅਤੇ ਫਿਰ ਸੁੱਤਿਆਂ ਜਾਗਦਿਆਂ ਸਾਡੀ ਸੁਰਤ ਵਿੱਚ ਉਹ ਨਾਮ ਬਾਣੀ ਦੇ ਸ਼ਬਦ ਗੂੰਜਣ ਲੱਗ ਜਾਂਦੇ ਨੇ। ਇਹੀ ਹੈ ਬਾਜੇ ਅਨਹਦ ਬਾਣੀ। ਅਨਹਦ ਬਾਣੀ ਦੇ ਸ਼ਬਦ ਉਹਨਾਂ ਦੇ ਅੰਦਰ ਗੂੰਜਣ ਲੱਗ ਜਾਂਦੇ ਹਨ। ਕਹੋ ਨਾਨਕ ਨਿਹਚਲ ਘਰ ਬਾਂਧਿਓ, ਗੁਰ ਕੀਓ ਬੰਧਾਨੀ। ਅੰਤਲੀ ਪੰਕਤੀ ਵਿੱਚ ਗਰੀਬਨਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਕਹੋ ਨਾਨਕ 5ਵੇਂ ਸਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ। ਕਈ ਵਾਰੀ ਕਈ ਪ੍ਰੇਮੀ, ਕਈ ਗਿਆਨੀ, ਕਈ ਪ੍ਰਚਾਰਕ ਕਹਿੰਦੇ 5ਵੇਂ ਗੁਰੂ ਫਰਮਾਉਂਦੇ ਨੇ। 5ਵੇਂ 6ਵੇਂ ਗੁਰੂ ਆਪਾਂ ਗੁਰੂਆਂ ਨੂੰ ਗਿਣਤੀਆਂ ਵਿੱਚ ਵੰਡਦੇ ਹਾਂ। ਪਰ ਇੱਕ ਗੱਲ ਯਾਦ ਰੱਖੋ, ਇਹ ਇੱਕ ਬੜਾ ਬਾਰੀਕ ਅਤੇ ਬੜਾ ਸੂਖਮ ਜਿਹਾ ਨੁਕਤਾ ਹੈ। ਗੁਰਬਾਣੀ ਦਾ ਇੱਕ ਪ੍ਰਮਾਣ ਹੈ, ਸੋ ਗੁਰ ਕਰੋ ਜੇ ਬਹੁਰ ਨਾ ਕਰਨਾ।
ਤੁਸੀਂ ਉਸ ਗੁਰੂ ਨੂੰ ਇੱਕ ਵਾਰੀ ਗੁਰੂ ਧਾਰਨ ਕਰੋ ਜਿਸ ਨੂੰ ਛੱਡ ਕੇ ਹੋਰ ਕੋਈ ਗੁਰੂ ਧਾਰਨ ਨਾ ਕਰਨਾ ਪਵੇ। ਇੱਕੋ ਹੀ ਗੁਰੂ, ਉਹ ਕਿਹੜਾ ਹੈ? ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀ। ਉਸੇ ਦਾ ਰੂਪ ਗੁਰੂ ਨਾਨਕ ਸਾਹਿਬ ਨੇ, ਤੇ ਗੁਰੂ ਨਾਨਕ ਸਾਹਿਬ ਨੇ 10 ਜਾਮੇ ਧਾਰਨ ਕੀਤੇ। ਅਸੀਂ ਕਹਿੰਦੇ ਸਾਡੇ 10 ਗੁਰੂ ਹੋਏ, ਆਪਾਂ ਕਹਿੰਦੇ ਹਾਂ ਸਾਰੇ 10 ਗੁਰੂ ਹੋਏ। ਪਰ ਇੱਕ ਗੱਲ ਯਾਦ ਰੱਖੋ, ਗੁਰੂ 10 ਨਹੀਂ ਹੋਏ। ਗੁਸਤਾਖੀ ਮਾਫ ਕਰਨਾ, ਗੁਰੂ 10 ਨਹੀਂ ਹੋਏ, ਗੁਰੂ ਦੇ ਜਾਮੇ 10 ਨੇ। ਗੁਰੂ ਕੀ ਹੈ? ਜੋਤ ਰੂਪ ਹਰ ਆਪ ਨਾਰਾਇਣ ਕਲਾ ਤਾਰ ਜਗ ਮੈਂ ਪ੍ਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝ ਗਿਆ ਹਮਾਰਾ। ਉਹ ਜੋਤੀ ਸਰੂਪ ਵਾਹਿਗੁਰੂ ਗੁਰੂ ਨਾਨਕ ਦੇ ਰੂਪ ਦੇ ਵਿੱਚ ਪ੍ਰਗਟ ਹੋਇਆ ਤੇ ਗੁਰੂ ਨਾਨਕ ਨੇ 10 ਜਾਮੇ ਧਾਰਨ ਕੀਤੇ। ਗੁਰੂ 10 ਨਹੀਂ, ਗੁਰੂ ਦੇ ਜਾਮੇ 10। ਇਹ ਨੁਕਤਾ ਆਪਾਂ ਨੂੰ ਸਮਝਣ ਦੀ ਲੋੜ ਹੈ। ਜੋਤ ਉਹ ਜੁਗਤ ਸਾਏ, ਸਾਰੇ ਗੁਰੂਆਂ ਵਿੱਚ ਜੋਤ ਤਾਂ ਇੱਕੋ ਸੀ, ਤੇ ਜੋਤ ਕਿਹਦੀ ਸੀ? ਅਕਾਲ ਪੁਰਖ ਦੀ। ਉਹੀ ਗੁਰੂ ਹੈ। ਜੋਤ ਰੂਪ ਹਰ ਆਪ ਗੁਰੂ ਨਾਨਕ ਹੈ। ਇਸ ਲਈ ਉਸ ਗੁਰੂ ਨੂੰ ਆਪਾਂ ਗੁਰੂ ਧਾਰਨ ਕਰਨਾ। ਜਦੋਂ ਆਪਾਂ ਫਿਰ ਕਥਾ ਵਿਚਾਰ ਕਰਨੀ ਹੋਵੇ ਵੀ 5ਵੇਂ ਸਤਿਗੁਰੂ ਆਖਦੇ ਨੇ, ਆਪਾਂ ਕਹਿ ਦਿੰਦੇ ਹਾਂ ਬੋਲਣ ਦੇ ਵਿੱਚ, ਉਚਾਰਨ ਦੇ ਵਿੱਚ, ਪਰ ਦਾਸ ਇਹ ਬੇਨਤੀ ਕਰਦਾ ਵੀ 5ਵੇਂ ਸਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਉਚਾਰਨ ਕਰਦੇ ਨੇ। ਇਉਂ ਕਹਿਣਾ ਜ਼ਿਆਦਾ ਢੁਕੇਗਾ। ਕਹਿ ਜੋ ਮਰਜ਼ੀ ਲਓ, ਤੁਹਾਡੀ ਖੁਸ਼ੀ ਹੈ। ਪਰ ਕਿਉਂਕਿ ਗੁਰੂਆਂ ਦੇ ਵਿੱਚ ਫਿਰ ਗਿਣਤੀਆਂ ਮਿਣਤੀਆਂ ਦੇ ਪੈ ਜਾਂਦੇ ਤੇ ਫਿਰ ਭੁਲੇਖਾ ਪੈਂਦਾ। ਹੁਣ ਜਿਵੇਂ ਕਲਗੀਧਰ ਪਾਤਸ਼ਾਹ ਨੇ ਵੀ ਸਾਨੂੰ ਇਹੀ ਗੱਲ ਸਮਝਾਈ ਹੈ ਨਾ, ਗੁਰੂ ਨਾਨਕ ਅੰਗਦ ਕਰ ਮਾਨਾ ਅਮਰਦਾਸ ਅੰਗਦ ਪਹਿਚਾਨਾ, ਜੇ ਜਾਨਾ ਤਿਨਹੀ ਸਿੱਧ ਪਾਈ, ਬਿਨ ਸਮਝੇ ਸਿੱਧ ਹਾਥ ਨਾ ਆਈ, ਭਿੰਨ ਭਿੰਨ ਸਭੂ ਕਰ ਜਾਨਾ, ਏਕ ਰੂਪ ਕਿਨਹੂ ਪਹਿਚਾਨਾ। ਇੱਕ ਰੂਪ ਸਮਝਣਾ ਸਾਰੇ ਗੁਰੂਆਂ ਨੂੰ, ਉਹ ਤਾਂ ਸਰੀਰ ਕਰਕੇ ਨਹੀਂ, ਜੋਤ ਕਰਕੇ ਇੱਕ ਰੂਪ ਨੇ। ਇਸ ਲਈ 5ਵੇਂ ਸਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਹੋ ਨਾਨਕ ਨਿਹਚਲ ਘਰ ਬੰਦਿਓ। ਅਸੀਂ ਆਪਣਾ ਪੱਕਾ ਘਰ, ਅਚਲ ਘਰ, ਸੱਚਾ ਘਰ ਬੰਨ ਲਿਆ ਹੈ। ਕਿੱਥੇ ਬੰਨ ਲਿਆ? ਅਕਾਲ ਪੁਰਖ ਦੇ ਚਰਨਾਂ ਦੇ ਵਿੱਚ। ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਉਨਮਾਨ, ਕਹਿਬੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ। ਭਾਈ ਡੱਲੇ ਨੇ ਵੀ ਉੱਥੇ ਘਰ ਬੰਨਿਆ ਸੀ। ਸਾਬੂ ਕੀ ਤਲਵੰਡੀ ਦਾ ਚੌਧਰੀ ਸੀ ਭਾਈ ਡੱਲਾ। ਕਲਗੀਧਰ ਪਾਤਸ਼ਾਹ ਨੂੰ ਕਹਿਣ ਲੱਗਾ, ਮਹਾਰਾਜ ਮੇਰੇ ਤੇ ਕਿਰਪਾ ਕਰੋ। ਸਤਿਗੁਰੂ ਕਹਿਣ ਲੱਗੇ, ਭਾਈ ਡੱਲਿਆ ਤੇਰੀ ਸੇਵਾ ਬੜੀ ਕਮਾਲ ਹੈ, ਦੱਸ ਫਿਰ ਕੀ ਇੱਛਾ ਹੈ, ਕੀ ਮੰਗਦਾ? ਸੱਚੇ ਪਾਤਸ਼ਾਹ ਆਪਣੇ ਚਰਨਾਂ ਵਿੱਚ ਪੀੜ੍ਹੀ ਜੋਗੀ ਥਾਂ, ਬਹੁਤ ਹੀ ਨਹੀਂ, ਬੈਠਣ ਜੋਗੀ ਥਾਂ ਹੀ ਦੇ ਦਿਓ, ਪੀੜ੍ਹੀ ਜੋਗੀ ਥਾਂ। ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ, ਭਾਈ ਡੱਲਿਆ ਕੁਛ ਹੋਰ ਮੰਗ ਲੈ। ਕਹਿੰਦਾ ਨਹੀਂ ਮਹਾਰਾਜ, ਬਸ ਪੀੜ੍ਹੀ ਜੋਗੀ ਥਾਂ, ਬਹੁਤ ਹੀ ਨਹੀਂ ਮੈਂ ਮੰਗਦਾ। ਸਤਿਗੁਰੂ 3 ਵਾਰੀ ਬਚਨ ਕੀਤੇ ਇਤਿਹਾਸ ਦੇ ਮੁਤਾਬਕ, 3 ਵਾਰੀ ਟਾਲ ਗਏ। ਅਖੀਰ ਫਿਰ ਸੇਵਾ ਤੋਂ ਪ੍ਰਸੰਨ ਹੋ ਕੇ ਕਹਿਣ ਲੱਗੇ, ਭਾਈ ਡੱਲਿਆ ਜਿੰਨਾ ਚਿਰ ਤੈਨੂੰ ਅਸੀਂ ਕੁਛ ਦੇ ਨਹੀਂ ਦਿੰਦੇ ਸਾਡੇ ਮਨ ਨੂੰ ਚੈਨ ਨਹੀਂ ਆਉਂਦਾ। ਕਹਿੰਦਾ ਮਹਾਰਾਜ ਮੈਂ ਵੀ ਬਾਰ-ਬਾਰ ਤੁਹਾਨੂੰ ਬੇਨਤੀ ਕਰ ਰਿਹਾ, ਦਿੰਦੇ ਵੀ ਤੁਸੀਂ ਹੈ ਨਹੀਂ। ਕਹਿਣ ਲੱਗੇ ਭਾਈ ਡੱਲਿਆ ਦੇ ਪਿੱਛੇ ਕਾਰਨ ਹੈ। ਉਹ ਕਾਰਨ ਕੀ ਹੈ? ਸਾਡਾ ਇੱਕ ਅਸੂਲ ਹੈ, ਇਹ ਹੈ ਮੋਰ ਆਗਿਆ ਸੁਣੋ ਹੇ ਪਿਆਰੇ, ਬਿਨਾਂ ਤੇ ਕੇਸੰਗ ਦਿਓ ਨਾ ਦਦਾਰੇ। ਅੰਮ੍ਰਿਤ ਛਕ 5 ਕਕਾਰਾਂ ਦਾ ਧਾਰਨੀ ਹੋ, ਬਾਣੀ ਬਾਣੀ ਦੀ ਰਹਿਤ ਧਾਰਨ ਕਰ, ਫਿਰ ਤੈਨੂੰ ਸਾਡੇ ਚਰਨਾਂ ਵਿੱਚ ਥਾਂ ਮਿਲ ਸਕਦੀ ਹੈ। ਤੇ ਉਹਨੇ ਬਚਨ ਮੰਨਿਆ ਤੇ ਸਤਿਗੁਰੂ ਕਹਿਣ ਲੱਗੇ, ਭਾਈ ਡੱਲਿਆ ਹੁਣ ਤੂੰ ਸਰਦਾਰ ਡੱਲ ਸਿੰਘ ਸਰਦਾਰ ਬਣ ਗਿਆ। ਤੂੰ ਅੱਗੇ ਪੀੜ੍ਹੀ ਜੋਗੀ ਥਾਂ ਮੰਗਦਾ ਸੀ, ਹੁਣ ਮੰਜੇ ਡਾਹ ਲਵੀਂ, ਪਲੰਗ ਡਾਹ ਲਵੀਂ, ਆ ਜਾ ਹੁਣ ਸਾਡੇ ਕੋਲ। ਇਹ ਹੈ ਗੁਰ ਕੀ ਉਹ ਬੰਦਾ ਨਹੀਂ। ਜਦੋਂ ਕੋਈ ਗੁਰੂ ਦੀ ਸ਼ਰਨ ਵਿੱਚ ਆਉਂਦਾ ਤੇ ਪੱਕਾ ਘਰ ਉਹ ਬੰਨ ਲੈਂਦਾ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਅਸੀਂ ਵੀ ਪੱਕਾ ਘਰ ਬੰਨ ਲਿਆ ਹੈ ਤੇ ਗੁਰੂ ਨੇ ਇਹ ਬਣਾਇਆ, ਗੁਰੂ ਨੇ ਕਿਰਪਾ ਕੀਤੀ ਹੈ। ਤੇ ਜੇ ਆਪਾਂ ਵੀ ਵਾਹਿਗੁਰੂ ਦੇ ਚਰਨਾਂ ਵਿੱਚ ਨਿਵਾਸ ਹਾਸਲ ਕਰਨਾ ਚਾਹੁੰਦੇ ਹਾਂ, ਪੱਕਾ ਘਰ ਬੰਨਣਾ ਚਾਹੁੰਦੇ ਹਾਂ, ਤੇ ਆਹ ਜਿਹੜੇ ਘਰ ਨੇ ਪੱਕੇ ਘਰ ਨਹੀਂ, ਆਹ ਡੇਰੇ ਵੀ ਪੱਕੇ ਘਰ ਨਹੀਂ। ਭਾਵੇਂ ਆਪਾਂ ਪੱਕੇ ਬਣਾ ਜ਼ਰੂਰ ਲਏ ਨੇ, ਪਰ ਸਤਿਗੁਰੂ ਦੀ ਬਾਣੀ ਦਾ ਫੈਸਲਾ ਹੈ
ਜੋ ਘਰ ਛੱਡ ਗੁਆਵਣਾ, ਸੋ ਲੱਗਾ ਮਨ ਮਾਹੇ। ਜਿੱਥੇ ਜਾਏ ਤੁਧ ਵਰਤਨਾ, ਤਿਸ ਕੀ ਚਿੰਤਾ ਨਾਹੇ। ਇਹਨਾਂ ਘਰਾਂ ਨੂੰ ਡੱਡਾ ਡੇਰਾ ਇਹ ਨਹੀਂ, ਜਹ ਡੇਰਾ ਤਹ ਜਾਨ। ਇਹ ਡੇਰਾ ਅਸਲੀ ਡੇਰਾ ਨਹੀਂ, ਇਹ ਘਰ ਅਸਲੀ ਘਰ ਨਹੀਂ, ਉਹ ਕੋਈ ਹੋਰ ਹੈ। ਕਹੋ ਨਾਨਕ ਨਿਹਚਲ ਘਰ ਬੰਦਿਓ, ਚੱਲ ਘਰ ਰੱਬ ਦੇ ਚਰਨਾਂ ਦੇ ਵਿੱਚ ਹੀ ਹੈ। ਉੱਥੇ ਜਾਓ, ਉੱਥੇ ਸदैਵੀ ਨਿਵਾਸ ਸਾਨੂੰ ਪ੍ਰਾਪਤ ਹੋ ਜਾਵੇ ਤੇ ਸਾਡਾ ਆਵਾਗਮਨ ਦੂਰ ਹੋ ਜਾਵੇਗਾ। ਇਹ ਹੈ ਪਾਵਨ ਸ਼੍ਰੀ ਮੁਖਵਾਕ ਦੀ ਕਥਾ ਵਿਚਾਰ ਜੋ ਸੰਗਤਾਂ ਨੇ ਸਰਵਣ ਕੀਤੀ ਹੈ। ਸਤਿਗੁਰੂ ਮਿਹਰ ਕਰਨ। ਇੱਕ ਦੂ ਇੱਕ ਚੜੰਦੀਆਂ ਕੌਣ ਜਾਣਾ ਮੇਰਾ ਨਾਉ ਜੀਓ। ਬੇਅੰਤ ਕਮਾਈ ਵਾਲੇ ਵਿਦਵਾਨ ਮਹਾਂਪੁਰਖ ਬੈਠੇ ਨੇ। ਸੰਤ ਬਾਬਾ ਸੁਰਜੀਤ ਸਿੰਘ ਜੀ ਜਿਹੜੇ ਇਸ ਅਸਥਾਨ ਦੇ ਮੁੱਖ ਸੇਵਾਦਾਰ ਨੇ, ਹੁਕਮ ਕੀਤਾ ਸੀ ਵੀ ਜ਼ਰੂਰ ਦਰਸ਼ਨ ਸੰਗਤਾਂ ਦੇ ਕਰਨ ਵਾਸਤੇ ਆਉਣਾ ਹੈ। ਅਤੇ ਸਤਿਕਾਰਯੋਗ ਸੰਤ ਬਾਬਾ ਬਲਦੇਵ ਸਿੰਘ ਜੋਗੇਵਾਲ ਜੋ ਬੇਅੰਤ ਵਿਦਿਆਰਥੀਆਂ ਨੂੰ ਗੁਰਮਤਿ ਵਿੱਦਿਆ ਪੜ੍ਹਾ ਰਹੇ ਨੇ, ਉਹ ਵੀ ਸੰਗਤਾਂ ਵਿੱਚ ਸਭਾਏਮਾਨ ਨੇ। ਸੰਤ ਬਾਬਾ ਪ੍ਰਦੀਪ ਸਿੰਘ ਜੀ ਬੋਰੇ ਵਾਲੇ ਬਦਨੀ ਕਲਾਂ, ਉਹ ਵੀ ਸੰਗਤਾਂ ਵਿੱਚ ਬੈਠੇ ਨੇ। ਬੜੀ ਵਾਹਿਗੁਰੂ ਦੀ ਕਿਰਪਾ ਹੈ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਣੀ। ਕਹੋ ਨਾਨਕ ਨਿਹਚਲ ਘਰ ਬਾਂਧਿਓ, ਗੁਰ ਕੀਓ ਬੰਧਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।